ਕਰ ਉਪਕਾਰ ਵਿਸਾਲ ਨੌ ਸਤਿਗੁਰੂ ਇਤਿਹਾਸ ਜਸ ਗੁਰ ਵਿਚਾਰ ਕਿਸ ਕਾਲ ਸੁਣ ਕੇ ਸਿੰਘ ਸਮਤੇ ਕਰ ਉਪਕਾਰ ਵਿਸਾਲ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਚਵਰ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਕਿਰਪਾ ਸਦਕਾ ਚੱਕੋਵਾਲ ਨਗਰ ਅੰਦਰ ਮਹਾਨ ਗੁਰਮਤਿ ਸਮਾਗਮ ਦੀ ਲੜੀ ਦੇ ਤਹਿਤ ਸਤਸੰਗ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਪ ਜੀ ਸਾਧ ਸੰਗਤ ਜੀ ਜਾਣਦੇ ਹੀ ਹੋ ਕਿ ਇਹ ਨਗਰ ਦਾ ਦਮਦਮੀ ਟਕਸਾਲ ਦੇ ਨਾਲ ਬੜਾ ਪੁਰਾਣਾ ਸੰਬੰਧ ਤੁਰਿਆ ਆਉਂਦਾ ਹੈ। ਸਤਿਕਾਰਯੋਗ ਬ੍ਰਹਮ ਗਿਆਨੀ ਸੱਚਖੰਡ ਵਾਸੀ ਵਿਦਿਆ ਮਾਰਤੰਡ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਸਮੇਂ ਤੋਂ ਹੀ ਇਹ ਨਗਰ ਸਾਧ ਸੰਗਤ ਜੀ ਦਮਦਮੀ ਟਕਸਾਲ ਦੇ ਨਾਲ ਜੁੜਿਆ ਆ ਰਿਹਾ ਹੈ। ਸਤਿਕਾਰਯੋਗ ਗੁਰਮੁਖ ਪਿਆਰੇ ਬਾਬਾ ਤਾਰਾ ਸਿੰਘ ਜੀ, ਜਿਨ੍ਹਾਂ ਉੱਤੇ ਸਤਿਗੁਰੂ ਜੀ ਦੀ ਬੜੀ ਕਿਰਪਾ ਸੀ, ਜਿਨ੍ਹਾਂ ਦੇ ਮਨ ਦੇ ਵਿੱਚ ਸੇਵਾ ਭਾਵਨਾ ਦਾ ਬੜਾ ਚਾਅ ਰਹਿੰਦਾ ਸੀ, ਉਹ ਮਹਾਂਪੁਰਖਾਂ ਨੂੰ ਬੇਨਤੀ ਕਰਕੇ ਇਸ ਇਲਾਕੇ ਦੇ ਵਿੱਚ ਲੈ ਕੇ ਆਉਂਦੇ ਹੁੰਦੇ ਸਨ। ਔਰ ਉਹਨਾਂ ਤੋਂ ਉਪਰੰਤ ਫਿਰ ਸੱਚਖੰਡ ਵਾਸੀ ਮਹਾਂਪੁਰਖ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਬੜਾ ਰਸ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਸੀ, ਤੇ ਜਿਹੜੇ ਆਪਣੇ ਬਚਨਾਂ ਨੂੰ ਸਿਰ ਦੇ ਕੇ ਨਿਭਾ ਗਏ, ਐਸੇ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਵੀ ਇਸ ਨਗਰ ਦੇ ਵਿੱਚ ਜਥੇ ਦੇ ਸਮੇਤ ਚਰਨ ਪਾਉਂਦੇ ਰਹੇ ਹਨ। ਤਾਂ ਸਾਧ ਸੰਗਤ ਜੀ, ਉਹਨਾਂ ਤੋਂ ਉਪਰੰਤ 20ਵੀਂ ਸਦੀ ਦੇ ਮਹਾਨ ਜਰਨੈਲ ਅਮਰ ਸ਼ਹੀਦ ਬ੍ਰਹਮ ਗਿਆਨੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਵੀ ਸਾਧ ਸੰਗਤ ਜੀ ਇਸ ਨਗਰ ਦੇ ਵਿੱਚ ਚਰਨ ਪਾਉਂਦੇ ਰਹੇ, ਗੁਰਮਤਿ ਦਾ ਪ੍ਰਚਾਰ ਕਰਦੇ ਰਹੇ। ਉਹਨਾਂ ਤੋਂ ਉਪਰੰਤ ਮਹਾਨ ਨਿਰਮਲ ਆਤਮਾ ਸੇਵਾ ਸਿਮਰਨ ਦੇ ਪੁੰਜ, ਜਿਨ੍ਹਾਂ ਦਾ ਗੁਰਬਾਣੀ ਨਾਲ ਇੰਨਾ ਪ੍ਰੇਮ ਸੀ, ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ, ਜਿਹੜੇ ਗੁਰਬਾਣੀ ਦਾ ਜਾਪ ਹੀ ਸੁਣਦੇ ਰਹਿੰਦੇ ਸਨ। ਐਸੇ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ, ਦਮਦਮੀ ਟਕਸਾਲ ਦੇ 15ਵੇਂ ਮੁਖੀ ਮਹਾਂਪੁਰਖ, ਉਹ ਵੀ ਸਾਧ ਸੰਗਤ ਜੀ ਪੁਰਾਣਾ ਪ੍ਰੇਮ ਯਾਦ ਕਰਕੇ ਜਦੋਂ ਵੀ ਇਸ ਇਲਾਕੇ ਵਿੱਚ ਆਉਂਦੇ ਤਾਂ ਜਥੇਦਾਰ ਜੀ ਨੂੰ ਬੜੇ ਪ੍ਰੇਮ ਦੇ ਨਾਲ ਮਿਲਦੇ, ਔਰ ਪੁਰਾਣਾ ਪ੍ਰੇਮ ਯਾਦ ਰੱਖ ਕੇ ਬਹੁਤ ਪਰਿਵਾਰ ਦੇ ਨਾਲ ਤੇ ਮੁਹੱਬਤ ਕਰਦੇ ਹੁੰਦੇ ਸਨ। ਸੋ ਸਾਧ ਸੰਗਤ ਜੀ, ਉਸ ਨਗਰ ਅੰਦਰ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਸੱਚਖੰਡ ਵਾਸੀ ਸੰਤ ਬਾਬਾ ਸੋਹਣ ਸਿੰਘ ਜੀ ਮਹਾਂਪੁਰਖ, ਸੱਚਖੰਡ ਵਾਸੀ ਸੰਤ ਬਾਬਾ ਲਛਮਣ ਸਿੰਘ ਜੀ ਮਹਾਂਪੁਰਖ, ਤਿੰਨਾਂ ਤੋਂ ਵਰੋਸ ਹੋਏ ਗੁਰਮੁਖ ਪਿਆਰੇ ਬਾਬਾ ਕਰਮਜੀਤ ਸਿੰਘ ਜੀ, ਬਾਬਾ ਬਲਬੀਰ ਸਿੰਘ ਜੀ ਨੇ
ਇਹ ਮਹਾਨ ਉਪਰਾਲਾ ਆਪ ਸੰਗਤਾਂ ਦੇ ਸਹਿਯੋਗ ਸਦਕਾ ਗੁਰਮਤਿ ਪ੍ਰਚਾਰ ਦਾ ਕੀਤਾ ਔਰ ਸਤਿਕਾਰਯੋਗ ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਨੂੰ ਬੇਨਤੀ ਕੀਤੀ ਸੀ ਤਾਂ ਉਹਨਾਂ ਨੇ ਮਹਾਂਪੁਰਖਾਂ ਦਾ ਉਤਸ਼ਾਹ ਵੇਖ ਕੇ ਇਹ ਗੁਰਮਤਿ ਦੇ ਸਮਾਗਮ ਜਿਹੜੇ ਹਨ ਫਿਰ ਸਾਧ ਸੰਗਤ ਜੀ ਨਗਰਾਂ ਦੇ ਵਿੱਚ ਆਰੰਭ ਕੀਤੇ ਹਨ। ਸੋ ਆਪ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ ਜੋ ਬੜੇ ਪ੍ਰੇਮ ਦੇ ਨਾਲ ਹਰ ਰੋਜ਼ ਸਤਿਗੁਰੂ ਜੀ ਦੀ ਉਸਤਤ ਨੂੰ ਮਹਿਮਾ ਨੂੰ ਸ਼ਰਵਣ ਕਰਦੇ ਆ ਰਹੇ ਹੋ। ਧੰਨ ਗੁਰੂ ਨਾਨਕ ਦੇਵ ਸਾਹਿਬ ਜਗਤ ਗੁਰੂ ਸਨ। ਉਹਨਾਂ ਤੋਂ ਉਪਰੰਤ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਗੱਦੀ ਤੇ ਬੈਠੇ ਸਨ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਰਿਵਾਰ ਦੇ ਬਾਰੇ ਅੱਜ ਦਾ ਪ੍ਰਸੰਗ ਆ ਰਿਹਾ ਹੈ ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਕਿਹੜੇ ਸਨ। ਉਹਦੇ ਬਾਅਦ ਫਿਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਪਾਵਨ ਪਵਿੱਤਰ ਜੀਵਨ ਆਰੰਭ ਹੋਵੇਗਾ। ਉਹਨਾਂ ਦਾ ਨਿੱਤ ਦਾ ਨੇਮ ਕੀ ਸੀ, 24 ਘੰਟੇ ਉਹ ਕਿੱਦਾਂ ਬਤੀਤ ਕਰਦੇ ਸਨ, ਤਾਂ ਉਹ ਵੀ ਆਪਾਂ ਸਾਰਿਆਂ ਨੇ ਸ਼ਰਵਣ ਕਰਨਾ ਹੈ। ਸਾਧ ਸੰਗਤ ਜੀ ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਸ਼ਰਵਣ ਕਰੀਏ। ਸਾਰੀਆਂ ਸੰਗਤਾਂ ਇੱਕ ਵਾਰੀ ਸੱਚੇ ਪਾਤਸ਼ਾਹ ਦਾ ਸਿਮਰਨ ਕਰੀਏ। ਮਨ ਚਿੱਤ ਬਿਰਤੀ ਇਕਾਗਰ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਣ ਕੇ ਸਿੰਘਨ ਸਬਣ ਤੇ ਪਰ ਉਪਕਾਰ ਵਿਸਾਲ। ਇਹ ਕਥਾ ਸੁਣਨ ਦਾ ਕਿੰਨਾ ਕੁ ਵੱਡਾ ਫਲ ਹੈ ਤਾਂ ਕਹਿੰਦੇ ਸੁਤ ਬਿਤ ਆਦਿ ਕੀ ਸੁਖ ਦਾਤਾ। ਜੇ ਕਿਸੇ ਦੇ ਘਰ ਔਲਾਦ ਨਾ ਹੋਵੇ ਤੇ ਕਥਾ ਸੁਣੇ ਪ੍ਰੇਮ ਦੇ ਨਾਲ। ਬਿੱਤ ਪੈਸਾ ਨਾ ਹੋਵੇ, ਕੋਈ ਸੁੱਖ ਨਾ ਹੋਵੇ ਤਾਂ ਇਹ ਸਾਰੇ ਸੁੱਖਾਂ ਨੂੰ ਦੇਣ ਵਾਲੀ ਮਹਾਰਾਜ ਦੀ ਕਥਾ ਹੈ। ਕਸ਼ਟ ਕਾਟਵੇ ਦੇ ਬ੍ਰਹਮ ਗਿਆਤਾ, ਇਹ ਦੁੱਖਾਂ ਨੂੰ ਕੱਟਣ ਵਾਲੀ ਤੇ ਬ੍ਰਹਮ ਗਿਆਨ ਨੂੰ ਦੇਣ ਵਾਲੀ ਹੈ। ਔਰ ਸ਼ਰਧਾ ਧਰ ਸੁਣੈ ਸੁਣਾਵੇ, ਜਿਹੜਾ ਹਿਰਦੇ ਵਿੱਚ ਸ਼ਰਧਾ ਧਾਰ ਕੇ ਇਹਨੂੰ ਸੁਣੂਗਾ ਜਾਂ ਸੁਣਾਉਣਗੇ ਗੁਰ ਸਹਾਏ ਤੇ ਮੁਕਤੀ ਪਾਵੇ। ਗੁਰੂ ਸਾਹਿਬ ਦੀ ਸਹਾਇਤਾ ਨਾਲ ਸਾਧ ਸੰਗਤ ਜੀ ਉਹ ਮੁਕਤ ਹੋ ਜਾਂਦੇ ਹਨ। ਸੋ ਐਸੀ ਕਥਾ ਹੈ ਤਾਂ ਭਾਈ ਸਾਹਿਬ ਭਾਈ ਰਾਮ ਕੋਇਰ ਸਾਹਿਬ ਸਾਰੇ ਸਿੰਘਾਂ ਦੀ ਬੇਨਤੀ ਸੁਣ ਕੇ ਹਿਰਦੇ ਵਿੱਚ ਪਰਉਪਕਾਰ ਧਾਰਨ ਕਰਕੇ ਸਤਿਗੁਰੂ ਇਤਿਹਾਸ ਜਸ ਔਰ ਵਿਚਾਰ ਤਿਸ ਕਾਲ। 9 ਸਤਿਗੁਰਾਂ ਦਾ ਇਤਿਹਾਸ, ਉਹਨਾਂ ਦੀ ਮਹਿਮਾ ਹਿਰਦੇ ਵਿੱਚ ਵਿਚਾਰ ਕੇ ਉਸ ਸਮੇਂ ਸਾਧ ਸੰਗਤ ਜੀ ਗੁਰੂ ਕੇ ਸਿੱਖਾਂ ਨੂੰ ਬੜੇ ਪ੍ਰੇਮ ਦੇ ਨਾਲ ਸੁਣਾਉਣ ਲੱਗੇ ਹਨ। ਭਾਈ ਰਾਮ ਕੋਇਰ ਸਾਵਧਾਨ, ਭਾਈ ਸਾਹਿਬ ਭਾਈ ਰਾਮ ਕੋਇਰ ਸਾਹਿਬ ਸਾਵਧਾਨ ਹੋ ਗਏ ਲੱਗੇ ਗੁਰ ਕਥਾ ਮਹਾਨ। ਤੇ ਗੁਰੂ ਸਾਹਿਬ ਜੀ ਦੀ ਜਿਹੜੀ ਮਹਾਨ ਕਥਾ ਹੈ ਜਿਹਦੇ ਬਾਰੇ ਬਾਣੀ ਵਿੱਚ ਲਿਖਿਆ ਸੁਣ ਹਰ ਕਥਾ ਉਤਾਰੀ ਮੈਲ, ਐਸੇ ਜਿਹਦੇ ਬਾਰੇ ਬਚਨ ਆਉਂਦੇ ਹਨ ਤਾਂ ਉਹ ਕਥਾ ਸਤਿਗੁਰੂ ਜੀ ਦੀ ਭਾਈ ਸਾਹਿਬ ਜੀ ਕਥਨ ਕਰਦੇ ਹਨ। ਇਹ ਕਥਾ ਪੜ੍ਹਿਆ ਜਾਂ ਸੁਣਿਆ ਮਨ ਜਿਹੜਾ ਹੈ ਸਾਧ ਸੰਗਤ ਜੀ ਇਹ ਪਵਿੱਤਰ ਹੋ ਜਾਂਦਾ ਹੈ, ਮਨ ਦੇ ਵਿੱਚ ਵਿਰਾਗ ਪੈਦਾ ਹੋ ਜਾਂਦਾ ਹੈ। ਐਸੀ ਕਿਰਪਾ ਹੁੰਦੀ ਸੱਚੇ ਪਾਤਸ਼ਾਹ ਜੀ ਦੀ। 4 ਪਦਾਰਥ ਦੇ ਮਨ ਭਾਵਨ, ਤੇ 4 ਪਦਾਰਥ ਦੇਣ ਵਾਲੀ ਕਥਾ ਹੈ। ਮਨ ਦੀ ਕਾਮਨਾ, ਮਨ ਦਾ ਭਾਉਂਦਾ ਜਿਹੜਾ ਕੋਈ ਬਾਂਛਤ ਫਲ ਹੈ ਉਹ ਵੀ ਇਹ ਕਥਾ ਸੁਣ ਕੇ ਸਾਧ ਸੰਗਤ ਜੀ ਪ੍ਰਾਪਤ ਹੁੰਦਾ ਹੈ। ਹੋਰ ਇਹਦਾ ਮਹਾਤਮ ਅਸੀਂ ਤੁਹਾਨੂੰ ਕੀ ਦਸੀਏ। ਇਹ ਕਥਾ ਸੁਣਿਆ ਜਿਹੜਾ ਸਭ ਤੋਂ ਉੱਤਮ ਪਦ ਹੈ ਉਹ ਹੈ ਗੁਰੂ ਕੀ ਸਿੱਖੀ ਦਾ। ਗੁਰੂ ਕੀ ਸਿੱਖੀ ਸਭ ਤੋਂ ਉੱਤਮ ਹੈ। ਇਹ ਕਥਾ ਸੁਣਿਆ ਸਾਧ ਸੰਗਤ ਜੀ ਉਸ ਪਦ ਨੂੰ ਪ੍ਰਾਪਤ ਕਰੀਦਾ ਹੈ। ਗੁਰੂ ਮਹਾਰਾਜ ਦੀ ਸਿੱਖੀ ਪ੍ਰਾਪਤ ਹੁੰਦੀ ਹੈ। ਸੁਣਨ ਵਾਲੇ ਵੀ ਚੌਂਕੜੇ ਮਾਰ ਕੇ ਸਾਵਧਾਨ ਹੋ ਕੇ ਕਥਾ ਸੁਣਦੇ ਹਨ ਤੇ ਬੜੀ ਰੁਚੀ ਦੇ ਨਾਲ, ਹਿੱਤ ਦੇ ਨਾਲ, ਪ੍ਰੇਮ ਦੇ ਨਾਲ ਕਥਾ ਜਿਹੜੀ ਹੈ ਉਹ ਸੁਣਨ ਲੱਗੇ ਹਨ।
ਤੇ ਭਾਈ ਸਾਹਿਬ ਜੀ ਫਿਰ ਪਹਿਲੇ ਸਤਿਗੁਰੂ ਜੀ ਤੋਂ ਸ਼ੁਰੂ ਕਰਦੇ ਹਨ। ਭਾਈ ਰਾਮ ਕੋਇਰੋ ਬਾਤ ਚੌਪਈ ਪ੍ਰਥਮ ਚਰਨ ਕਲ ਕਾਲ ਵਿਸਾਲਾ। ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਮਹਿਮਾ ਕਰਦੇ ਹਨ। ਕਹਿੰਦੇ ਭਾਈ ਕਲਯੁਗ ਦਾ ਜਿਹੜਾ ਪ੍ਰਥਮ ਚਰਨ ਹੈ ਕਲ ਕਾਲ ਵਿਸਾਲਾ, ਤੇ ਬੜਾ ਕਲਯੁਗ ਦਾ ਸਮਾਂ ਜਿਹੜਾ ਹੈ ਇਹ ਵੱਡਾ ਹੈ, ਭਿਆਨਕ ਹੈ, ਤੇ ਅਜੇ ਤੇ ਇਹਦਾ ਪਹਿਲਾ ਹਿੱਸਾ ਹੀ ਚੱਲਦਾ ਪਿਆ ਹੈ, ਅਜੇ ਤੇ ਰਿੜਦਾ ਹੀ ਪਿਆ ਹੈ, ਤੇ ਇੰਨਾ ਇਹ ਮਾੜੇ ਕੰਮ ਕਰੀ ਜਾਂਦਾ ਦੁਨੀਆ ਵਿੱਚ, ਅਜੇ ਪਹਿਲਾ ਹਿੱਸਾ ਚੱਲਦਾ ਪਿਆ ਹੈ ਇਹਦਾ, ਤੇ ਗਾਂ ਪਤਾ ਨਹੀਂ ਇਹਨੇ ਕੀ ਚੰਦ ਚਾੜਨੇ ਹਨ। ਇਸ ਕਰਕੇ ਮਹਾਰਾਜ ਕਹਿੰਦੇ ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅਨਰੁੱਤ ਨਾਹੀ ਨਾਹੀ ਮਤ ਭਰਮ ਭੂਲੋ। ਹੁਣ ਕਲਯੁਗ ਆ ਗਿਆ ਹੈ, ਇਸ ਕਰਕੇ ਨਾਮ ਜਪੋ ਜਿੰਨਾ ਵੀ ਜਪ ਸਕਦੇ ਹੋ। ਕਲਯੁਗ ਜਿਹੜੀ ਇਹ ਰੁੱਤ ਆ ਨਾਮ ਨੂੰ ਬੀਜਣ ਦੀ, ਇਸ ਕਲਯੁਗ ਦੀ ਰੁੱਤ ਵਿੱਚ ਹੋਰ ਕੋਈ ਵਰਤ ਰੱਖਣੇ, ਸਰਾਧ ਕਰਨੇ, ਜਾਂ ਸਾਧ ਸੰਗਤ ਜੀ ਹੋਰ ਹਵਨ ਕਰਨੇ, ਤਪ ਕਰਨੇ, ਇਹ ਨਹੀਂ ਪ੍ਰਵਾਨ ਚੜ੍ਹਦੇ ਹਨ। ਕਲਯੁਗ ਦੇ ਵਿੱਚ ਤੇ ਸਿਰਫ ਵਾਹਿਗੁਰੂ ਜੀ ਦਾ ਨਾਮ ਹੀ ਪ੍ਰਵਾਨ ਚੜ੍ਹਦਾ ਹੈ। ਇਸ ਕਰਕੇ ਤੇ ਜਿੱਥੇ ਕਿੱਥੇ ਲੋਕ ਕੁਚਾਲਾਂ ਕਰਦੇ ਹਨ, ਖੋਟੀ ਚਾਲ ਚੱਲਦੇ ਨੇ, ਖੋਟੇ ਕੰਮ ਕਰਦੇ ਹਨ, ਐਸੀ ਹਾਲਤ ਬਣ ਗਈ ਆ ਲੋਕਾਂ ਦੀ, ਪਾਪ ਵੱਲ ਪ੍ਰਵਿਰਤ ਹੋ ਗਏ ਨੇ, ਮਾੜੇ ਕੰਮਾਂ ਵਿੱਚ ਦੁਨੀਆ ਪੈ ਚੁੱਕੀ ਹੈ। ਧਰਮ ਤੇ ਸ਼ਰਮ ਇਹ ਦੋਵੇਂ ਹੀ ਉੱਡ ਗਏ ਹਨ ਸੰਸਾਰ ਭਰ ਦੇ ਵਿੱਚ। ਜਿਹੜੇ ਬੜਾ ਪੁੱਠੀਆਂ ਪੱਟੀਆਂ ਪੜ੍ਹਾਉਂਦੇ ਹਨ ਲੋਕਾਂ ਨੂੰ, ਕੁਚਾਲ ਦੇ ਵਿੱਚ ਲਾਉਂਦੇ ਹਨ। ਜਿਵੇਂ ਅੱਜ ਕੱਲ੍ਹ ਨਕਲੀ ਗੁਰੂ ਦੇਖੋ ਕਿੰਨੇ ਹਨ, ਘਰ ਘਰ ਹੋਏ ਬੈਠੇ ਹੈ ਰਾਮਾ। ਮਹਾਰਾਜ ਜੀ ਨੇ ਦਸਮ ਗ੍ਰੰਥ ਵਿੱਚ ਲਿਖਿਆ ਨਾ, ਇਹਨਾਂ ਨੂੰ ਦਸਮ ਗ੍ਰੰਥ ਤਾਈਓ ਪਸੰਦ ਨਹੀਂ ਨਾ, ਉੱਥੇ ਇਹਨਾਂ ਦੀਆਂ ਕਰਤੂਤਾਂ ਲਿਖੀਆਂ ਵੀ ਇੱਦਾਂ ਦੇ ਕਲਯੁਗ ਵਿੱਚ ਹੋਣਗੇ। ਘਰ ਘਰ ਹੋਏ ਬੈਠੇ ਹੈ ਰਾਮਾ। ਅੱਗੇ ਸ਼ਾਇਦ ਪੰਕਤੀ ਆਉਂਦੀ, ਤਿੰਨ ਤੇ ਸਰੇ ਏਕ ਨਾ ਕਾਮਾ। ਕਹਿੰਦੇ ਸਰਨਾ ਸੁਰਨਾ ਇਹਨਾਂ ਤੋਂ ਕੱਖ ਨਹੀਂ ਆ, ਪਰ ਇਹ ਘਰ ਹਰੇਕ ਘਰ 'ਚ ਰਾਮ ਬਣ ਕੇ ਬੈਠਣਗੇ, ਰੱਬ ਬਣ ਕੇ ਬੈਠਣਗੇ ਵੀ ਅਸੀਂ ਰੱਬ ਆ। ਇੱਦਾਂ ਦੀ ਹਾਲਤ ਆ ਸਾਧ ਸੰਗਤ ਜੀ, ਜਿਨ੍ਹਾਂ ਦੀ ਸਾਹਿਬ ਸੱਚੇ ਪਾਤਸ਼ਾਹ ਨੇ ਸ੍ਰੀ ਮੁਖਵਾਕ ਬਾਣੀ ਦਸਮ ਗ੍ਰੰਥ ਦੇ ਵਿੱਚ ਲਿਖੀ ਹੋਈ ਹੈ। ਤਾਂ ਐਸਾ ਸਮਾਂ ਇੱਦਾਂ ਦੇ ਮੱਤ ਦੁਨੀਆ 'ਤੇ ਫੈਲਣਗੇ ਜਿਹੜੇ ਲੋਕਾਂ ਨੂੰ ਬੜੀਆਂ ਪੁੱਠੀਆਂ ਮੱਤਾਂ ਦੇਣਗੇ, ਪੁੱਠੇ ਰਾਹਾਂ 'ਤੇ ਤੋਰਨਗੇ। ਤਾਂ ਇੱਦਾਂ ਸਾਧ ਸੰਗਤ ਜੀ ਸ਼ਰਾਬ ਵੀ ਪੀ ਲਓ, ਜੋ ਮਰਜ਼ੀ ਭੱਖ ਸਵਾਹ ਖਾਈ ਚੱਲੋ, ਕੋਈ ਮਨਾਹੀ ਨਹੀਂ ਕਿਸੇ ਗੱਲ ਦੀ। ਇੱਦਾਂ ਦੇ ਮੱਤ ਦੁਨੀਆ ਵਿੱਚ ਫੈਲ ਜਾਣਗੇ। ਸਿਮਰੇ ਸਤਨਾਮ ਸੁਖਾਲੇ। ਪਰ ਜਿਹੜਾ ਸਤਨਾਮ ਦਾ ਸਿਮਰਨ ਆ, ਜਿਹੜਾ ਬੜਾ ਸੌਖਾ ਹੈ, ਸਿਮਰਨ ਸੌਖਾ ਰਸਤਾ ਹੈ ਪਰਮੇਸ਼ਰ ਨੂੰ ਮਿਲਦਾ। ਇਹਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ, ਵਾਹਿਗੁਰੂ ਜੀ ਦੀ ਪ੍ਰਾਪਤੀ ਸਾਧ ਸੰਗਤ ਜੀ ਬੜੀ ਸੌਖੀ ਹੁੰਦੀ ਹੈ। ਕਿਉਂ ਸਿਮਰਨ ਪਰਮੇਸ਼ਰ ਜੀ ਦਾ ਨਾਮ ਜਪਣਾ ਹੈ, ਤੇ ਜਿਹਦਾ ਨਾਂ ਜਪਦੇ ਰਹੀਏ ਇੱਕ ਨਾ ਇੱਕ ਦਿਨ ਉਹਦੇ ਉੱਤੇ ਅਸਰ ਪੈਂਦਾ ਹੈ ਵੀ ਇਹ ਬੰਦਾ ਮੇਰਾ ਨਾਂ ਜਪਦਾ ਹੈ। ਤਾਂ ਇਸ ਤਰ੍ਹਾਂ ਅਸਰ ਪੈਂਦਾ, ਬਦੋ ਬਦੀ ਪੈਂਦਾ ਹੈ। ਇਸ ਕਰਕੇ ਸਿਮਰਨ ਦੇ ਵਿੱਚ ਬੜੀ ਤਾਕਤ ਹੈ। ਜਿਹੜਾ ਸੌਖਾ ਰਾਹ ਸਿਮਰਨ ਦਾ, ਵਾਹਿਗੁਰੂ ਦਾ ਸਿਮਰਨ ਕਰਨਾ, ਜਿਹੜਾ ਸਤਿਗੁਰੂ ਜੀ ਨੇ ਸਾਨੂੰ ਦਿੱਤਾ ਹੈ, ਇਹ ਲੋਕ ਉਸ ਤੋਂ ਮੁਨਕਰ ਹਨ। ਮਤ ਗਿਣੀਏ ਜਗ ਭਏ। ਤੇ ਕਿੰਨੇ ਕੁ ਮਤ ਤੁਹਾਨੂੰ ਗਿਣ ਕੇ ਦੱਸੀਏ ਵੀ ਦੁਨੀਆ ਵਿੱਚ ਫੈਲੇ ਹਨ। ਆ ਦੇਖੋ ਕੋਈ ਹੈ, ਮੈਨੂੰ ਤੇ ਕਈ ਵਾਰੀ ਸਮਝ ਨਹੀਂ ਆਉਂਦੀ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਨਹੀਂ ਆ ਉੱਥੇ ਸਿੱਖ ਲੈਣ ਕੀ ਜਾਂਦੇ ਆ। ਇਹ ਸਿੱਖਾਂ ਨੇ ਜਮਾਂ ਹੀ ਸ਼ਰਮ ਹੀ ਲਾ ਛੱਡੀ ਆ। ਆਪਣੀ ਆਪ ਆਪਣੇ ਸਿਰ ਦੇ ਵਿੱਚ ਸਵਾਹ ਪਾਉਂਦੇ ਪਏ ਆ। ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਹੀਂ ਜਾਂ ਗੁਰੂ ਗ੍ਰੰਥ ਸਾਹਿਬ ਨਹੀਂ, ਉੱਥੇ ਲੈਣ ਜਾਂਦੇ ਤੇ ਜਾਂਦੇ ਕੀ ਆ ਉੱਥੇ ਸਾਧਾਂ ਕੋਲੇ। ਤਾਂ ਇਸ ਕਰਕੇ ਸਾਧ ਸੰਗਤ ਜੀ ਐਸੇ ਜਿਹੜੇ ਮੱਤ ਜਿਹੜੇ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਨਾ ਕਰਨ,
ਬਾਣੀ ਦੇ ਨਾਲ ਨਾ ਜੋੜਨ ਉਹਨਾਂ ਕੋਲੇ ਨਹੀਂ ਆਪਾਂ ਜਾਣਾ ਹੈ। ਹਾਂ, ਜਿਹੜਾ ਬਾਣੀ ਨਾਲ ਜੋੜੇ ਭਾਈ ਬਾਣੀ ਪੜ੍ਹਿਆ ਕਰੋ, ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੋ, ਉਹਨਾਂ ਦਾ ਰੱਜ ਕੇ ਸਤਿਕਾਰ ਕਰਦਾ ਹੈ, ਹੱਦ ਤੋਂ ਵੱਧ ਸਤਿਕਾਰ ਕਰਦਾ ਹੈ। ਤੇ ਜਿਹੜੇ ਮਹਾਰਾਜ ਨਾਲੋਂ ਤੋੜ ਕੇ ਆਪ ਹੀ ਗੁਰੂ ਬਣ ਕੇ ਬਹਿ ਗਏ ਹਨ, ਉਹਨਾਂ ਤੋਂ ਪਰਹੇਜ਼ ਹੀ ਕਰਨਾ ਹੈ। ਤਾਂ ਮਹਾਰਾਜ ਕਹਿੰਦੇ ਕਲਯੁਗ ਦੇ ਵਿੱਚ ਬੜੇ ਮਤ ਫੈਲੇ ਆ ਤੇ ਫੈਲਣਗੇ, ਅੱਗੇ ਵੀ ਬੜੀ ਚੜ੍ਹਾਈ ਹੋਊਗੀ, ਪਰ 2-4 ਦਿਨਾਂ ਦੇ ਵਿੱਚ ਮਿਟ ਜਿਆ ਕਰਨਗੇ। ਤਾਂ ਪੰਥ ਚਲਾਏ, ਤਨਕ ਸਿੱਧੀ ਪ੍ਰਾਪਤ ਕਰਕੇ, ਥੋੜ੍ਹੀ ਬਹੁਤੀ ਸ਼ਕਤੀ ਪ੍ਰਾਪਤ ਕਰਕੇ ਆਪੋ ਆਪਣੇ ਨਾ ਪੰਥ ਚਲਾ ਲੈਣਗੇ, ਆਪ ਹੀ ਉਹ ਰੱਬ ਬਣ ਕੇ ਬਹਿਣਗੇ। ਤੇ ਅੱਜ ਕੱਲ੍ਹ ਤੇ ਸਿੱਧੀ ਦੀ ਲੋੜ ਹੀ ਨਹੀਂ ਆ, ਸ਼ਕਤੀ ਦੀ ਲੋੜ ਨਹੀਂ ਆ। ਵੇਖ ਲਓ ਨੱਚੀ ਟੱਪੀ ਜਾਂਦਾ ਫਿਰ ਵੀ ਉਹਨੂੰ ਮੰਨੀ ਜਾਂਦੇ। ਤਾਂ ਪੁਰਾਣੇ ਸਾਧੂਆਂ 'ਚ ਤੇ ਚਲੋ ਕੋਈ ਨਾ ਕੋਈ ਸ਼ਕਤੀ ਸੀ ਤਾਂ ਉਹਨਾਂ ਕੰਮ ਚਲਾ ਲਿਆ, ਤੇ ਆ ਜਿਹੜੇ ਨਵੇਂ ਇਹਨਾਂ 'ਚ ਤੇ ਹੈ ਹੀ ਕੁਝ ਨਹੀਂ ਆ, ਤਾਂ ਉਹਨਾਂ ਨੂੰ ਵੀ ਲੋਕ ਮੰਨੀ ਜਾਂਦੇ। ਫਿਰ ਕਹਿੰਦੇ ਅਸੀਂ ਬੜੇ ਪੜ੍ਹ ਲਿਖ ਗਏ ਹਾਂ। ਇੱਦਾਂ ਸਾਧ ਸੰਗਤ ਜੀ ਹਾਲਤ ਹੋ ਗਈ ਲੋਕਾਂ ਦੀ। ਤਾਂ ਇੱਦਾਂ ਰਿੱਧੀਆਂ ਸਿੱਧੀਆਂ ਟੂਣੇ ਟਾਮਣ ਕਰਕੇ ਉਹ ਕੰਮ ਚਲਾਉਣਗੇ, ਲੋਕ ਆਪਣੇ ਕੋਲੇ ਇਕੱਠੇ ਕਰਿਆ ਕਰਨਗੇ। ਜਿਵੇਂ ਕਿ 2 ਜਾਣਿਆਂ 'ਚ ਲੜਾਈ ਪਾ ਦੇਣੀ ਤੇ ਕਿਸੇ ਦਾ ਨੁਕਸਾਨ ਕਰਨਾ, ਇੱਦਾਂ ਤੰਤਰ ਮੰਤਰ ਕਰਿਆ ਕਰਨਗੇ। ਇੱਦਾਂ ਦੀ ਹਾਲਤ ਲੋਕਾਂ ਦੀ ਹੋਵੇਗੀ, ਇੱਦਾਂ ਦੇ ਉਹਨਾਂ ਦੇ ਗੁਰੂ ਹੋਣਗੇ, ਆਪੋ ਆਪਣੇ ਪੰਥ ਚਲਾਉਣਗੇ, ਪਰ ਪਰਮੇਸ਼ਰ ਵਾਹਿਗੁਰੂ ਨੂੰ ਨਹੀਂ ਕੋਈ ਪੂਜਣਗੇ ਮੰਨਣਗੇ। ਤੇ ਹੋਰ ਹੀ ਵਿਧੀ ਦਾ ਉਪਦੇਸ਼ ਦਿਆ ਕਰਨਗੇ, ਜਿਸ ਵਿਧੀ ਦੇ ਨਾਲ ਸਾਧਕ ਦਾ, ਪ੍ਰੇਮੀ ਦਾ ਨੁਕਸਾਨ ਹੋਵੇ, ਜੰਮਣ ਮਰਨ ਦੇ ਵਿੱਚ ਪੈ ਜਾਵੇ, ਇਹੋ ਜਿਹੇ ਪੁੱਠੇ ਕੰਮਾਂ ਵਿੱਚ ਲੋਕਾਂ ਨੂੰ ਲਾ ਦੇਣਗੇ। ਪੁਰਾਣੇ ਸਮੇਂ ਜਿਹੜੇ ਪਹਿਲੇ ਯੁੱਗ ਸੀ, ਉਹਨਾਂ ਵਿੱਚ ਸਾਧ ਸੰਗਤ ਜੀ ਲੋਕ ਤਪ ਕਰਦੇ ਹੁੰਦੇ ਸੀ, ਯੱਗ ਕਰਦੇ ਹੁੰਦੇ ਸਨ, ਤੇ ਸਾਧਨ ਕਰ ਕਰਕੇ ਉਹ ਜਿਹੜੇ ਪੁਰਾਣੇ ਲੋਕ ਸੀ ਉਹਨਾਂ ਤੱਤ ਨੂੰ ਜਾਣ ਲਿਆ ਸੀ, ਤੱਤ ਦੇ ਗਿਆਤਾ ਹੋ ਗਏ ਸੀ, ਉਹ ਪਰਮੇਸ਼ਰ ਦੀ ਪ੍ਰਾਪਤੀ ਕਰ ਜਾਂਦੇ ਸੀ। ਪਰ ਜਿਹੜਾ ਕਲਯੁਗ ਦਾ ਸਮਾਂ ਨਾ, ਇਹਦੇ ਵਿੱਚ ਸ਼ਕਤੀ ਤੋਂ ਹੀਣ ਲੋਕ ਹਨ। ਇੰਨੀ ਸ਼ਕਤੀ ਨਹੀਂ ਵੀ ਕੋਈ ਤਪ ਕਰ ਲਵੇ, ਸਰੀਰ ਨੂੰ ਤਪਾਉਣਾ, ਦੁੱਖ ਦੇਣਾ, ਇੰਨੀ ਸ਼ਕਤੀ ਹੈ ਨਹੀਂ ਕਿਸੇ ਵਿੱਚ। ਤਾਂ ਉਹ ਮੁਕਤੀ ਕਿੱਦਾਂ ਪ੍ਰਾਪਤ ਕਰਨਗੇ, ਇਸ ਗੱਲ ਉੱਤੇ ਬੜੀ ਸਮੱਸਿਆ ਬਣੀ ਹੈ। ਤਾਂ ਜਿਹੜਾ ਕਰਤਾ ਪੁਰਖ ਪਰਮੇਸ਼ਰ ਸੀ, ਵਾਹਿਗੁਰੂ ਸੀ, ਉਹਨੇ ਵਿਚਾਰ ਕੀਤੀ। ਤਾਂ ਪਰਮੇਸ਼ਰ ਵਾਹਿਗੁਰੂ ਨੇ ਸੋਚਿਆ ਵੀ ਕਲਯੁਗ ਦੇ ਲੋਕ ਇਹ ਬੜੇ ਦੁਖੀ ਹਨ, ਕਰਾਏ ਪਏ ਹੋਏ ਹਨ, ਤੇ ਮਾੜੇ ਕਰਮ ਕਰਕੇ ਇਹਨਾਂ ਨੂੰ ਦੁੱਖ ਭੋਗਣਾ ਪੈਂਦਾ ਹੈ। ਤੇ ਫਿਰ ਵੀ ਵੇਖ ਲਓ, ਦੁੱਖ ਭੋਗਣ ਕਰਕੇ ਸਾਧ ਸੰਗਤ ਜੀ ਫਿਰ ਵੀ ਕੋਈ ਮਨ ਤੇ ਬਹੁਤਾ ਅਸਰ ਨਹੀਂ ਪੈਂਦਾ ਵੀ ਬੰਦਗੀ ਕਰ ਲਈਏ। ਇਸ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਨੇ ਸੋਚਿਆ ਵੀ ਇਹ ਸਤਨਾਮ ਦਾ ਸਿਮਰਨ ਕਰਨ, ਵਾਹਿਗੁਰੂ ਦਾ ਸਿਮਰਨ ਕਰਨ, ਜਿਸ ਕਰਕੇ ਇਹਨਾਂ ਨੂੰ ਸੁੱਖ ਪ੍ਰਾਪਤ ਹੋਵੇ। ਇਸ ਤੋਂ ਬਿਨਾਂ ਹੋਰ ਕੋਈ ਯਤਨ ਨਹੀਂ ਹੈ ਕਲਯੁਗ ਦੇ ਵਿੱਚ ਤਰਨ ਦਾ। ਇੱਕ ਨਾਮ ਹੀ ਯਤਨ ਹੈ ਸਾਧ ਸੰਗਤ ਜੀ। ਇਸ ਕਰਕੇ ਨਾਮ ਹੀ ਜਪਣਾ ਚਾਹੀਦਾ ਹੈ ਵੱਧ ਤੋਂ ਵੱਧ। ਤਾਂ ਪਰਮੇਸ਼ਰ ਵਾਹਿਗੁਰੂ ਜੀ ਨੇ ਸਾਧ ਸੰਗਤ ਜੀ ਮਨ ਦੇ ਵਿੱਚ ਵਿਚਾਰ ਕੀਤੀ ਕਿ ਆਪ ਦੁਨੀਆ ਵਿੱਚ ਜਾ ਕੇ ਲੋਕਾਂ ਨੂੰ ਸ੍ਰੇਸ਼ਟ ਮੱਤ ਦਈਏ, ਲੋਕਾਂ ਨੂੰ ਚੰਗੇ ਰਸਤੇ ਤੇ ਪਾਈਏ, ਤੇ ਜਿਹੜੇ ਮਾੜੇ ਰਸਤੇ ਤੇ ਪਏ ਹੋਏ ਹਨ ਉਹਨਾਂ ਨੂੰ ਸਹੀ ਰਸਤੇ ਤੇ ਤੋਰਨਾ ਕਰੀਏ। ਤੇ ਮੇਰੇ ਤੋਂ ਬਿਨਾਂ ਇਹ ਕੰਮ ਨਹੀਂ ਸਰਨਾ। ਇਸ ਕਰਕੇ ਮਨੁੱਖਾ ਸਰੀਰ ਧਾਰ ਕੇ ਸੰਸਾਰ ਦੇ ਵਿੱਚ
ਪਾਈ। ਤਾਂ ਬਾਬਾ ਮਹਿਤਾ ਕਾਲੂ ਜੀ ਦੀ ਜਨਮਾਂ ਜਨਮਾਂ ਦੀ ਬੰਦਗੀ ਵੇਖ ਕੇ ਉਹਦੇ ਘਰ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ ਸੀ। ਤ੍ਰਿਪਤਾ ਤਿਕ ਹਰ ਖਾਈ। ਤੇ ਜਿਹੜੀ ਜਨਨੀ ਸੀ ਨਾ ਉਹ ਸੀ ਮਾਤਾ ਤ੍ਰਿਪਤਾ, ਮਹਾਰਾਜ ਜੀ ਦੀ ਮਾਤਾ। ਉਹ ਦੇਖ ਕੇ ਬੜੀ ਪ੍ਰਸੰਨ ਹੁੰਦੀ ਹੈ। ਬੈਸ ਮੈਂ ਸੁੰਦਰ ਬੇਸ। ਛੋਟੀ ਜੀ ਉਮਰ ਦੇ ਵਿੱਚ ਬੜਾ ਸੋਹਣਾ ਉਹਨਾਂ ਦਾ ਰੂਪ ਸੀ। ਕਹਿ ਦੇਤ ਭਾਈ ਉਪਦੇਸ਼। ਤੇ ਛੋਟੀ ਜੀ ਉਮਰ ਦੇ ਵਿੱਚ ਵੀ ਉਹਨਾਂ ਨੇ ਬੜਾ ਉਪਦੇਸ਼ ਦਿੱਤਾ। ਛੋਟੀ ਅਵਸਥਾ ਵਿੱਚ ਵੀ ਰਾਏ ਬੁਲਾਰ ਨੂੰ ਕੌਤਕ ਦਿਖਾਉਣੇ ਕੀਤੇ, ਮੁੱਲਾਂ ਨੂੰ ਉਪਦੇਸ਼ ਦਿੱਤਾ, ਉੱਥੋਂ ਦੇ ਨਵਾਬ ਨੂੰ ਉਪਦੇਸ਼ ਦਿੱਤਾ ਵੀ ਮਨ ਤੇ ਤੇਰਾ ਘਰੇ ਤੁਰਿਆ ਫਿਰਦਾ ਤੇ ਨਮਾਜ਼ ਤੂੰ ਕੀ ਪੜ੍ਹਦਾ ਇੱਥੇ ਬੈਠਾ। ਇੱਦਾਂ ਸਾਧ ਸੰਗਤ ਜੀ ਪੰਡਤ ਜੀ ਨੂੰ ਉਪਦੇਸ਼ ਦਿੱਤਾ, ਪ੍ਰੋਤ ਜੀ ਨੂੰ ਉਪਦੇਸ਼ ਦਿੱਤਾ। ਇੱਦਾਂ ਛੋਟੀ ਉਮਰ ਦੇ ਵਿੱਚ ਹੀ ਬੜਾ ਉਹਨਾਂ ਉਪਦੇਸ਼ ਬਖਸ਼ਿਸ਼ ਕੀਤਾ। ਨਾਮ ਕੋ ਸਿਮਰਨ ਕਰਨੋ। ਤੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਾ। ਸਨੇ ਤਨ ਆਂਗ ਸਰਨੋ। ਤੇ ਸਨੇ ਸਨੇ ਹੌਲੀ ਹੌਲੀ ਸਰੀਰ ਦਾ ਹੰਕਾਰ ਛੱਡਣਾ ਕਿ ਮੈਂ ਸਰੀਰ ਨਹੀਂ ਹਾਂ, ਸਰੀਰ ਦੇ ਵਿੱਚ ਬੈਠੀ ਹੋਈ ਜੋਤ ਹਾਂ, ਆਤਮਾ ਹਾਂ। ਇੱਦਾਂ ਸਰੀਰ ਦੇ ਨਾਲੋਂ ਆਪਣਾ ਮੋਹ ਤੋੜਨਾ ਹੌਲੀ ਹੌਲੀ ਸਿਮਰਨ ਕਰਦਿਆਂ। ਪਰਮੇਸ਼ਰ ਕੋ ਜਾਸੈ। ਤੇ ਜਿਵੇਂ ਵੀ ਪਰਮੇਸ਼ਰ ਦਾ ਭਾਣਾ ਹੋਵੇ, ਵਾਹਿਗੁਰੂ ਜਿੱਥੇ ਰੱਖੇ, ਦੁੱਖ ਵਿੱਚ ਸੁੱਖ ਵਿੱਚ ਉਹਦੀ ਸ਼ਿਕਾਇਤ ਨਾ ਕਰਨੀ। ਭਾਣੇ ਵਿੱਚ ਸਾਧ ਸੰਗਤ ਜੀ ਰਾਜੀ ਰਹਿਣਾ। ਪ੍ਰਸੰਨ ਅਨੁਸਾਰੀ ਤੈਸੇ। ਤੇ ਭਾਣੇ ਵਿੱਚ ਪ੍ਰਸੰਨ ਹੋ ਕੇ, ਖੁਸ਼ ਹੋ ਕੇ ਉਹਦੇ ਅਨੁਸਾਰ ਵਰਤਣਾ। ਇੱਦਾਂ ਦਾ ਮਹਾਰਾਜ ਦਾ ਉਪਦੇਸ਼ ਕਲਯੁਗ ਵਿੱਚ ਦਿੱਤਾ ਲੋਕਾਂ ਨੂੰ। ਇਸ ਪ੍ਰਕਾਰ ਕੋ ਦੇ ਉਪਦੇਸ਼। ਤਾਂ ਇਸ ਤਰ੍ਹਾਂ ਦਾ ਉਪਦੇਸ਼ ਸਤਿਗੁਰੂ ਜੀ ਨੇ ਦਿੱਤਾ ਸੀ ਸਾਧ ਸੰਗਤ ਜੀ। ਨਰਨ ਕੇ ਕਟੇ ਕਲੇਸ਼। ਤੇ ਅਨੇਕਾਂ ਲੋਕਾਂ ਦੇ ਦੁੱਖ ਕਲੇਸ਼ ਜੰਮਣ ਮਰਨ ਆਦਿਕ ਕੱਟ ਦਿੱਤੇ ਸਨ। ਕੀਰਤਨ ਜਾਪੜ ਭਾਗਨ। ਤਾਂ ਬਾਬੇ ਮੂਲ ਚੰਦ ਦੀ ਲੜਕੀ ਸੀ ਬੜੀ ਵੱਡਿਆਂ ਭਾਗਾਂ ਵਾਲੀ। ਗੁਰ ਮਹਿਲਾ ਮਹਾ ਸੁਹਾਗਨ। ਉਹ ਸਤਿਗੁਰੂ ਜੀ ਦੇ ਮਹਿਲ ਬਣੇ ਸਨ, ਧਰਮ ਪਤਨੀ ਬਣੇ ਸਨ ਤੇ ਮਹਾ ਸੁਹਾਗਣੀ ਸੀ। ਦੇਖੋ ਪਾ ਸ੍ਰੀ ਚੰਦ ਉਦਾਰਾ। ਤਾਂ ਉਸ ਮਾਤਾ ਸੁਲੱਖਣੀ ਦੇ ਕੁੱਖ ਤੋਂ ਸਭ ਤੋਂ ਪਹਿਲਾਂ ਜਿਹੜਾ ਜੇਠਾ ਸਾਹਿਬਜ਼ਾਦਾ ਜਿਨ੍ਹਾਂ ਸਾਧ ਸੰਗਤ ਜੀ ਜਨਮ ਲਿਆ ਉਹ ਹੋਏ ਨੇ ਬਾਬਾ ਸ੍ਰੀ ਚੰਦ ਸਾਹਿਬ ਜੀ, ਜਿਹੜੇ ਬਹੁਤ ਉਦਾਰਾ ਉੱਚ ਕਰਨੀ ਦੇ ਮਾਲਕ ਸਨ, ਜਿਨ੍ਹਾਂ ਦੀ ਬਹੁਤ ਜ਼ਿਆਦੀ ਕਮਾਈ ਸੀ। ਗ੍ਰਸਤ ਮਗ ਅੰਗੀਕਾਰਾ। ਜਿਨ੍ਹਾਂ ਨੇ ਗ੍ਰਸਤ ਦਾ ਰਸਤਾ ਨਹੀਂ ਅਪਣਾਇਆ, ਜਿਨ੍ਹਾਂ ਦੇ ਮਨ ਦੇ ਵਿੱਚ ਗ੍ਰਸਤੀ ਹੋਣ ਦਾ, ਵਿਆਹ ਹੋਣ ਦਾ ਖਿਆਲ ਨਹੀਂ ਸੀ ਪੈਦਾ ਹੋਇਆ। ਐਸੀ ਸੁਰਤ ਉਹਨਾਂ ਦੀ ਨਾਮ ਦੇ ਵਿੱਚ ਸਾਧ ਸੰਗਤ ਜੀ ਲੀਨ ਰਹੀ ਸੀ। ਐਸੀ ਕਿਰਪਾ ਸੀ ਸਤਿਗੁਰਾਂ ਦੀ ਉਹਨਾਂ ਉੱਤੇ। ਬੇਬੇ ਨਾਨਕੀ ਦਾ ਕੋਈ ਪੁੱਤ ਨਹੀਂ ਸੀ। ਕਈ ਮਹਾਰਾਜ ਨਾਲ ਗੁੱਸੇ ਹੋ ਜਾਂਦੇ ਨਾ ਇਸ ਗੱਲ ਤੇ ਕਿ ਸਾਨੂੰ ਮੁੰਡਾ ਨਹੀਂ ਦਿੱਤਾ ਹੈ। ਮਹਾਰਾਜ ਦੇ ਵੱਡੇ ਭੈਣ ਜੀ ਬੇਬੇ ਨਾਨਕੀ ਦੇ ਘਰ ਕੋਈ ਵੀ ਔਲਾਦ ਨਹੀਂ ਸੀ, ਪਰ ਉਹ ਭਾਣੇ 'ਚ ਰਾਜੀ ਰਹੇ ਸਨ। ਤਾਂ ਬਾਬਾ ਸ੍ਰੀ ਚੰਦ ਜੀ ਨੂੰ ਬੇਬੇ ਨਾਨਕੀ ਦੀ ਗੋਦ ਵਿੱਚ ਸਤਿਗੁਰੂ ਜੀ ਨੇ ਪਾ ਦਿੱਤਾ ਸੀ ਵੀ ਇਹ ਤੁਹਾਡਾ ਹੀ ਆ। ਤੇ ਛੋਟਾ ਜਿਹੜਾ ਉਹ ਮਾਤਾ ਜੀ ਸੁਲੱਖਣੀ ਜੀ ਦੇ ਪਾਸ। ਤਾਂ ਬਾਬਾ ਸ੍ਰੀ ਚੰਦ ਸਾਹਿਬ ਜੀ ਦੀ ਪਾਲਣਾ ਬੇਬੇ ਨਾਨਕੀ ਨੇ ਕੀਤੀ ਹੈ। ਤੇ ਸੁਲਤਾਨਪੁਰ ਸਾਹਿਬ ਤਪ ਕਰਦੇ ਰਹੇ ਨੇ ਉੱਥੇ ਜੰਗਲਾਂ ਵਿੱਚ ਬਾਬਾ ਜੀ। ਬਿਰਤੀ ਨਿਤ ਯੋਗ ਅਰੂੜਾ। ਐਸੇ ਸਨ ਜਿਨ੍ਹਾਂ ਦੀ ਬਿਰਤੀ ਸੁਰਤੀ ਜਿਹੜੀ ਹੈ ਉਹ ਯੋਗ ਵਿੱਚ ਅਰੂੜ ਰਹਿੰਦੀ ਸੀ। ਦਸਮ ਦੁਆਰ ਦੇ ਵਿੱਚ ਅੰਮ੍ਰਿਤ ਰਸ ਪ੍ਰਾਪਤ ਹੁੰਦਾ ਯੋਗੀਆਂ ਨੂੰ। ਤਾਂ ਉਹ ਬੜੇ ਵੱਡੇ ਯੋਗੀ ਸਨ। ਉਹਨਾਂ ਦੀ ਬਿਰਤੀ ਦਸਮ ਦੁਆਰ ਦੇ ਵਿੱਚ ਟਿਕੀ ਰਹਿੰਦੀ ਸੀ। ਰਸ ਮੈਂ ਆਸੈ ਜਿਸ ਗੂੜਾ। ਤੇ ਇੱਕ ਰਸ ਜੀ ਦੀ ਬਿਰਤੀ ਰਹਿੰਦੀ ਸੀ ਜਿਨ੍ਹਾਂ ਮਹਾਂਪੁਰਖਾਂ ਦੀ। ਤੇ ਜਿਨ੍ਹਾਂ ਦਾ ਸਾਧ ਸੰਗਤ ਜੀ ਆਸ਼ਾ ਬਹੁਤ ਗੂੜਾ ਸੀ, ਬੜੇ ਗੰਭੀਰ ਸਨ, ਜਿਨ੍ਹਾਂ ਦਾ ਕੋਈ ਭੇਦ ਨਹੀਂ ਸੀ ਪਾ ਸਕਦਾ, ਅੰਤ ਨਹੀਂ ਸੀ ਪਾ ਸਕਦਾ। ਇੰਨੀ ਕਿਰਪਾ ਸੀ ਉਹਨਾਂ ਉੱਤੇ।
ਇਸ ਕਰਕੇ ਐਸੇ ਮਹਾਂਪੁਰਖ ਹੋਏ ਨੇ ਬਾਬਾ ਸ੍ਰੀ ਚੰਦ ਸਾਹਿਬ ਜੀ, ਐਸੇ ਮਹਾਂਪੁਰਖ ਹੋਏ ਨੇ ਬਾਬਾ ਸ੍ਰੀ ਚੰਦ ਸਾਹਿਬ ਜੀ, ਜਿਨ੍ਹਾਂ ਨੂੰ ਸਾਧ ਸੰਗਤ ਜੀ ਕੋਈ ਵਕਾਰ ਨਹੀਂ ਸਾਰੀ ਉਮਰ ਫੁਰਿਆ, ਨਾ ਕਾਮ ਨਾ ਕ੍ਰੋਧ ਜਾਂ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਵਕਾਰ ਨਹੀਂ ਉਹਨਾਂ ਨੂੰ ਸਾਰੀ ਉਮਰ ਪੈਦਾ ਹੋਏ। ਪੁਰਸ਼ ਭੀਸ਼ਮ ਸਮ ਸੋਏ, ਉਹ ਜਤੀ ਹੋਏ ਨੇ ਅਖੰਡ ਜਤੀ। ਕਈ ਤੇ ਵਿਆਹ ਨਹੀਂ ਨਾ ਕਰਾਉਂਦੇ, ਪਰ ਮਨ 'ਚ ਖਿਆਲ ਰਹਿੰਦਾ ਵੀ ਹੋ ਹੀ ਜਾਂਦਾ, ਪਰ ਉਹ ਅਖੰਡ ਜਤੀ ਹੋਏ ਹਨ, ਜਿਨ੍ਹਾਂ ਨੂੰ ਖਿਆਲ ਵੀ ਨਹੀਂ ਪੈਦਾ ਹੋਇਆ। ਉਦਾਹਰਣ ਦਿੰਦੇ ਐਸ ਦੇਸ਼ ਦੇ ਇੱਕ ਬੜੇ ਤਗੜੇ ਜਤੀ ਹੋਏ ਨੇ, ਉਹ ਹੋਏ ਨੇ ਭੀਸ਼ਮ ਪਿਤਾਮਾ, ਜਿਨ੍ਹਾਂ ਨੇ ਸਾਰੀ ਉਮਰ ਜੱਤ ਸੱਤ ਰੱਖਿਆ ਸੀ। ਇਹਨਾਂ ਦਾ ਪਿਤਾ ਬੜਾ ਕਾਮੀ ਸੀ ਸਿਰੇ ਦਾ, ਤਾਂ ਇਹ ਚੰਗੇ ਭਲੇ ਸੀ, ਜਵਾਨ ਸੀ, ਇਹਨਾਂ ਤਖਤ ਉੱਤੇ ਬਹਿਣਾ ਸੀ, ਰਾਜੇ ਬਣਨਾ ਸੀ, ਸ਼ਹਿਜ਼ਾਦੇ ਸਨ। ਤੇ ਪਿਓ ਕਹਿਣ ਲੱਗਾ ਵੀ ਮੈਂ ਵਿਆਹ ਕਰਾਉਣਾ, ਜਿਵੇਂ ਰਾਜਿਆਂ ਦੀਆਂ ਕਰਤੂਤਾਂ ਹੁੰਦੀਆਂ ਮਾੜੀਆਂ। ਤਾਂ ਇਹ ਵਿਚਾਰੇ ਮਿਹਨਤ ਕਰਨ ਗਏ ਵੀ ਮੇਰੇ ਪਿਤਾ ਦਾ ਵਿਆਹ ਕਰ ਦਿਓ, ਤੁਸੀਂ ਰਿਸ਼ਤਾ ਦੇ ਦਿਓ। ਤੇ ਉਹ ਜਿਹਦਾ ਰਿਸ਼ਤਾ ਲੈਣਾ ਸੀ ਉਹ ਬੁੱਢਾ ਬੜਾ ਔਂਤਰਾ ਸੀ ਅੱਗੇ। ਉਹ ਕਹਿੰਦਾ ਵੀ ਰਾਜ ਤੈਨੂੰ ਮਿਲ ਜਾਣਾ ਵਾ ਤੇ ਮੈਂ ਆਪਦੀ ਕੁੜੀ ਕਿਉਂ ਦੇਵਾਂ ਵੀ। ਉਹਨੇ ਆਖਿਆ ਮੈਨੂੰ ਬਚਨ ਦੇ ਵੀ ਤੂੰ ਗੱਦੀ ਤੇ ਨਹੀਂ ਬਵੇਂਗਾ, ਫਿਰ ਮੈਂ ਰਿਸ਼ਤਾ ਦੇ ਦਿੰਦਾ ਵੀ ਰਾਜ ਮੇਰੇ ਦੋਹਤਿਆਂ ਨੂੰ ਮਿਲੇ। ਤਾਂ ਵੇਖ ਲਓ ਐਡਾ ਸਾਧ ਸੀ, ਰਾਜ ਨੂੰ ਲੱਤ ਮਾਰੀ, ਠੋਕਰ ਮਾਰੀ। ਫਿਰ ਦੂਜਾ ਵਚਨ ਕੀਤਾ ਵੀ ਵਿਆਹ ਨਹੀਂ ਕਰਾਵਾਂਗੇ ਸਾਰੀ ਉਮਰ, ਆਪਣੇ ਪਿਓ ਦੀ ਖਾਤਰ। ਅੱਜ ਕੱਲ੍ਹ ਤੇ ਪਿਓ ਨੂੰ ਪਾਣੀ ਨਹੀਂ ਨਾ ਪੁੱਛਦੇ, ਜੇ ਕਵੇ ਵੀ ਕੰਮ ਕਰ ਲਓ, ਪੱਠੇ ਪਾ ਲਓ, ਕਹਿੰਦੇ ਤੈਨੂੰ ਨਾ ਪਾਈਏ ਚੁੱਕ ਕੇ ਖੁਰਲੀ 'ਚ, ਬਹਿਣ ਨਹੀਂ ਦਿੰਦਾ ਟੇਕ ਕੇ। ਤਾਂ ਇੰਨਾ ਪਿਓ ਦਾ ਆਪਣੇ ਦਾ ਸਤਿਕਾਰ ਕੀਤਾ ਸੀ, ਇਸ ਕਰਕੇ ਭੀਸ਼ਮ ਪ੍ਰਤਿਗਿਆ ਕਰਕੇ ਨਾਂ ਪੈ ਗਿਆ ਭੀਸ਼ਮ ਪਿਤਾਮਾ। ਤਾਂ ਇਸ ਕਰਕੇ ਸਾਧ ਸੰਗਤ ਜੀ, ਮਾਈ ਇਹਦੀ ਸੀ ਮਾਤਾ ਗੰਗਾ, ਉਹ ਇਹਦੀ ਮਾਤਾ ਸੀ ਜਿਹਨੇ ਇਹਨੂੰ ਜਨਮ ਦਿੱਤਾ ਸੀ। ਬੜੀ ਕਮਾਈ ਵਾਲਾ ਹੋਇਆ ਹੈ, ਤੀਰਾਂ ਦੀ ਸੇਜਾ ਉੱਤੇ ਲੰਮਾ ਪਿਆ ਸੀ। ਤਾਂ ਉਹ ਐਸਾ ਜਤੀ ਹੋਇਆ, ਉਹਨੇ ਫਿਰ ਬੜਾ ਜ਼ੋਰ ਲਾਇਆ। ਫਿਰ ਰੱਬ ਵੀ ਨਾ ਤਸੱਲੀ ਕਰਾਉਂਦਾ ਫਿਰ ਸਾਰਿਆਂ ਦੀ। ਫਿਰ ਇੱਕ ਦਿਨ ਪਤਾ ਕੀ ਹੋਇਆ, ਜਿਹੜੇ ਉਸ ਮਾਤਾ ਦੇ ਲੜਕੇ ਸੀ ਨਾ ਰਾਣੀ ਦੇ, ਉਹਦੇ ਵਿੱਚੋਂ ਸਾਧ ਸੰਗਤ ਜੀ ਇੱਕ ਦੀ ਮੌਤ ਹੋ ਗਈ ਤੇ ਦੂਜਾ ਅੰਨਾ ਜੰਮਿਆ, ਤੇ ਤੀਜਾ ਸੀ ਵਿਆਸ ਜੀ, ਜਿਹੜੇ ਮਹਾਰਿਸ਼ੀ ਹੋਏ। ਚਲੋ ਉਹ ਤੇ ਬਹੁਤ ਉੱਚ ਕੋਟੀ ਦੇ ਹੋਏ, ਤਾਂ ਉਹ ਮਹਾਂਪੁਰਖ ਵਿਆਸ ਜੀ ਹੋਏ ਹਨ। ਤਾਂ ਉਦੋਂ ਫਿਰ ਉਹੋ ਹੀ ਮਾਈ ਪਤਾ ਕੀ ਕਹਿੰਦੀ ਵੀ ਤੇਰੀਆਂ ਜਿਹੜੀਆਂ ਭਰਜਾਈਆਂ ਨੇ, ਉਹਨਾਂ ਦੇ ਨਾ ਲਾਦ ਨਹੀਂ ਪੈਦਾ ਹੋਈ ਤੇ ਆਪਣੇ ਤਾਂ ਦੀਵਾ ਹੀ ਬੁਝ ਗਿਆ, ਤੂੰ ਵਿਆਹ ਕਰਾ ਲਾ ਹੁਣ। ਰੱਬ ਫਿਰ ਸਾਰਿਆਂ ਦੀ ਕਸਰ ਕੱਢਦਾ ਨਾ ਇੱਕ ਦਿਨ ਲਿਆ ਕੇ। ਉਦੋਂ ਤੇ ਕੀਤੀ ਸ਼ੈਤਾਨੀ ਉਹਦੇ ਨਾਲ, ਪਰ ਉਹ ਸੀ ਪੂਰਾ ਪ੍ਰਤਿਗਿਆ ਦਾ ਮਾਹਰ, ਨੇਮ ਦਾ ਮਾਹਰ। ਤੇ ਜਿਹਦੇ ਕੋਲੇ ਨੇਮ ਨਹੀਂ ਨਾ ਟੁੱਟਦਾ, ਜਿਹਦਾ ਨੇਮ, ਉਹ ਸਭ ਕੁਝ ਲੈ ਜਾਂਦਾ ਮਹਾਰਾਜ ਕੋਲ। ਤਾਂ ਫਿਰ ਇੱਕ ਦਿਨ ਐਸੀ ਹਾਲਤ ਬਣੀ, ਤਾਂ ਵਿਆਸ ਜੀ ਮਹਾਰਾਜ ਜੀ ਜਿਹੜੇ ਸਨ ਉਹ ਬੜੇ ਕਾਲੇ ਰੰਗ ਦੇ ਸੀ, ਤੇ ਰਾਜਿਆਂ ਦੀਆਂ ਕੁੜੀਆਂ ਇਹਨਾਂ ਦੇ ਨੱਕ ਤੇ ਕਿੱਥੇ ਚੜੇ। ਰੰਗ ਤੇ ਚਲੋ ਦੋ ਹੀ ਹੁੰਦੇ ਆ, ਕਾਲਾ ਤੇ ਚਿੱਟਾ। ਘਰ ਚੰਗਾ ਵੇਖਣਾ ਚਾਹੀਦਾ ਵਾ ਜੇ ਵਸਣਾ ਹੋਵੇ ਤੇ, ਪਰ ਉਹ ਕਿੱਥੇ ਨੱਕ ਤੇ ਚੜੇ। ਤਾਂ ਉਹ ਭੀਸ਼ਮ ਵੱਲ ਇਸ਼ਾਰਾ ਕਰਨ, ਭੀਸ਼ਮ ਪਿਤਾਮਾ, ਉਹਨੇ ਹੱਥ ਜੋੜਦੇ, ਮਾਤਾ ਵੀ ਸਰੀਰ ਜਾ ਸਕਦਾ, ਪਰ ਜਿਹੜੀ ਅਰਦਾਸ ਕੀਤੀ ਉਹ ਤੋਂ ਨਹੀਂ ਮੈਂ ਹੁਣ ਪਿੱਛੇ ਮੁੜਨਾ ਹੈ, ਉਹ ਤੋਂ ਨਹੀਂ ਪਿੱਛੇ ਹਟਣਾ, ਜਿਹੜਾ ਬਚਨ ਕਰ ਦਿੱਤਾ ਹੈ। ਤਾਂ ਸਾਧ ਸੰਗਤ ਜੀ, ਨਿਯਮ ਦੇ ਵਿੱਚ ਪ੍ਰਾਪਤੀ ਆ। ਜਿਹੜਾ ਨੇਮ ਰੱਖ ਲੇ, ਉਹ ਮਹਾਰਾਜ ਅੱਗੇ ਅਰਦਾਸਾਂ ਬੇਨਤੀਆਂ ਕਰਕੇ, ਜੋੜੇ ਝਾੜ ਕੇ ਸੰਗਤਾਂ ਦੇ ਸਤਿਗੁਰੂ ਜੀ ਨੂੰ ਕਵੇ, ਝੋਲੀ ਅੱਡ ਕੇ ਵੀ ਇਹ ਪੂਰਾ ਕਰਾਓ। ਉਹਦੇ ਵਿੱਚ ਹੀ ਸਾਧ ਸੰਗਤ ਜੀ ਸਭ ਤੋਂ ਵੱਡੀ ਪ੍ਰਾਪਤੀ ਜਿਹੜੀ ਆ ਉਹ ਮੰਨੀ ਜਾਂਦੀ ਹੈ। ਜਿਵੇਂ ਜਾਪ ਸਾਹਿਬ ਵਿੱਚ ਆਉਂਦਾ ਨਾ, ਨਮਸਤੰ ਕਰਤਾਰੰ। ਕਰਤਾਰੰਗ ਦਾ ਅਰਥ ਹੁੰਦਾ ਕਰ ਮੈਨੇ ਹੱਥ, ਤਾਰ ਮੈਨੇ ਡੋਰੀ, ਪ੍ਰਭ ਡੋਰੀ ਹਾਥ ਤੁਮਾਰੇ।
ਜਿਹਦੇ ਹੱਥ ਦੇ ਵਿੱਚ ਸਾਰੀ ਦੁਨੀਆ ਦੀ ਤਾਰ ਆ, ਡੋਰੀ ਆ, ਸਵਾਸਾਂ ਦੀ, ਰੋਜੀ ਰੋਟੀ ਦੀ। ਮੈਨੇ ਸਭ ਨੂੰ ਚਲਾਉਣ ਵਾਲਾ ਉਹੋ ਹੀ ਆ। ਜੇ ਇਸ ਗੱਲ ਉੱਤੇ ਵੀ ਯਕੀਨ ਕਰ ਲਈਏ ਵੀ ਸਭ ਨੂੰ ਚਲਾਉਣ ਵਾਲਾ ਉਹੋ ਹੀ ਆ, ਤੇ ਫਿਰ ਵੈਰ ਰਹਿ ਗਿਆ ਕਿਸੇ ਨਾਲ? ਮੈਨੂੰ ਦੱਸੋ। ਇਹ ਬੰਦੇ ਦੇ ਹੱਥ ਨਹੀਂ ਆ। ਕਾਠ ਕੀ ਪੁੱਤਰੀ ਕਹਾਂ ਕਰੇ ਬਪੁਰੀ, ਇਹ ਇਸੇ ਪੰਕਤੀ ਨੂੰ ਕਹਿੰਦਾ ਨਾ ਵੀ ਬੰਦੇ ਦੇ ਹੱਥ ਵਸ ਕੁਝ ਨਹੀਂ ਆ, ਸਭ ਨੂੰ ਚਲਾਉਣ ਵਾਲਾ ਕੌਣ ਆ? ਈਸ਼ਵਰ ਆ। ਤੇ ਫਿਰ ਵੈਰ ਰਹਿ ਗਿਆ ਕਿਸੇ ਨਾਲ, ਵਿਰੋਧ ਰਹਿ ਗਿਆ ਕਿਸੇ ਨਾਲ? ਤਾਂ ਦੇਖ ਲਓ, ਜੇ ਇਸ ਪੰਕਤੀ ਤੇ ਵੀ ਯਕੀਨ ਕਰ ਲੈ, ਤੂੰ ਕਰਤਾ ਕਰਨਾ, ਅੱਗੇ ਕੀ ਮੈਂ ਨਾ ਹੀ, ਮੈਂ ਨਹੀਂ ਕੁਝ ਕਰ ਸਕਦਾ, ਸਭ ਕੁਝ ਤੂੰ ਕਰਨ ਵਾਲਾ ਹੈ। ਅੱਛਾ, ਜੇ ਤੁਸੀਂ ਕਹੋ ਵੀ ਮੈਂ ਕਰਦਾ ਸਭ ਕੁਝ, ਤੇ ਫਿਰ ਤੁਸੀਂ ਬਣ ਜਾਣਾ ਸੀ ਜੋ ਮਨ 'ਚ ਸੋਚਿਆ ਸੀ। ਤੁਸੀਂ ਤੇ ਬੜਾ ਸੋਚਿਆ ਹੋਊਗਾ ਵੀ ਅਰਬਾਂ ਪਤੀ ਬਣਾਂਗੇ, ਬਣ ਗਏ, ਫਿਰ ਵਿੱਚ ਮੈਂ ਵੀ ਬੈਠਾ ਹੀ ਆ, ਇਕੱਠੇ ਹੀ ਆ। ਆਪਾਂ ਸੋਚਦੇ ਤੇ ਆਪਾਂ ਬੜਾ ਕੁਝ ਆ, ਫਿਰ ਕਰ ਲਿਆ ਉਹ ਸਾਰਾ ਕੁਝ। ਆਪਣਾ ਮਨ ਕਿੰਨਾ ਸੋਚਦਾ, ਫਿਰ ਬਣ ਜਾਣਾ ਸੀ। ਜੇ ਕਰ ਸਕਦੇ ਆ ਤੇ ਕਰ ਲਓ ਨਾ। ਫਿਰ ਹੁਣ ਜੇ ਆਪਾਂ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਤੇ ਆਪਣਾ ਦੇ ਮਨ ਕਰਦਾ ਵੀ ਰੱਬ ਨੂੰ ਮਿਲ ਪਈਏ, ਫਿਰ ਮਿਲ ਲੈਣਾ ਸੀ, ਮਿਲ ਪਿਆ। ਫਿਰ ਮਿਲੂ ਤੇ ਆਪਣੀ ਦਇਆ ਨਾਲ, ਹੰਕਾਰ ਭੰਨ ਕੇ ਮਿਲੂਗਾ ਨਾ। ਜਿੱਦਣ ਮਿਲੂਗਾ ਆਪਣੀ ਮਰਜ਼ੀ ਤੇ ਆਪਣੇ ਤਰਸ ਨਾਲ ਮਿਲੂਗਾ। ਸਾਡਾ ਕੰਮ ਆ ਬਾਣੀ ਪੜ੍ਹੀ ਜਾਣੀ, ਸਾਡਾ ਕੰਮ ਆ ਸਿਮਰਨ ਕਰੇ ਜਾਣਾ, ਮਿਲਣਾ ਉਹਨੇ ਆਪਣੀ ਦਇਆ ਦੇ ਨਾਲ ਹੈ। ਤਾਂ ਇੱਦਾਂ ਸਾਧ ਸੰਗਤ ਜੀ, ਬਾਣੀ ਵਿੱਚ ਬੜੀਆਂ ਉਦਾਹਰਨਾਂ ਹਨ। ਕੋਈ ਵੀ ਨਿਯਮ ਧਾਰਨ ਕਰ ਲੇ, ਤਾਂ ਕੋਈ ਵੀ ਜਿਹੜਾ ਨਿਯਮ ਧਾਰਨ ਕਰ ਲੇ ਉਹਨੂੰ ਸਿਰੇ ਲਾਵੇ। ਮਹਾਂਪੁਰਖ ਇੱਕ ਕਥਾ ਸੁਣਾਉਂਦੇ ਸੀ। ਕੋਈ ਪੰਜਾਬ ਦਾ ਬ੍ਰਾਹਮਣ ਉੱਥੇ ਚਲੇ ਗਿਆ ਹਰਿਦੁਆਰ, ਵਾਹਿਗੁਰੂ ਆਪਣੇ ਬਨਾਰਸ, ਤੇ ਬਨਾਰਸ ਦੇ ਠੱਗ ਬੜੇ ਮਸ਼ਹੂਰ ਆ। ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ, ਉਹ ਬੜੇ ਮਸ਼ਹੂਰ ਆ। ਮੈਨੇ ਜਿਹੋ ਜਿਹੇ ਅਸਲੀ ਸੰਤ ਹੁੰਦੇ ਨਾ, ਉੱਦਾਂ ਦੇ ਹੀ ਕੱਪੜੇ ਪਾ ਕੇ ਬੈਠੇ ਹੁੰਦੇ ਹੋ। ਐਸੇ ਸੰਤ ਨਾ ਮੋਕੋ ਭਾਵੈ ਪੇਡਾ ਸਿਓ, ਡਾਲਾ ਸਿਓ ਪੇਡਾ ਘਟਕਾ ਹੈ। ਜਿਹੜੇ ਟਹਿਣੀਆਂ ਦੇ ਸਮੇਤ ਹੀ ਦਰਖਤ ਹੀ ਚੱਕ ਦਿੰਦੇ ਆ, ਪੈਸੇ ਦੇ ਸਮੇਤ ਬੰਦੇ ਦਾ ਹੀ ਗਲ ਵੜ ਦਿੰਦੇ ਆ। ਪੈਸੇ ਦੇ ਲੁੱਟਨੇ ਗਲ ਵੀ ਵੜ ਦਿੰਦੇ ਬੰਦੇ ਦਾ ਫੜ ਕੇ। ਇਹੋ ਜਿਹੇ ਠੱਗ ਸੀ ਬਨਾਰਸ ਦੇ। ਤਾਂ ਜਿਹੜੇ ਬਨਾਰਸ ਦੇ ਠੱਗ ਸੀ ਨਾ, ਉਹਦੇ ਵਿੱਚੋਂ ਇੱਕ ਨੇ ਵੇਖਿਆ ਵੀ ਇਹ ਪੰਜਾਬੀ ਜਾਪਦਾ ਸਾਧ। ਉਹ ਕਹਿੰਦਾ ਵੇਖ ਲਓ ਪੰਜਾਬੀਆਂ ਦੀ ਕਿੱਡੀ ਗੰਦੀ ਆਦਤ ਆ, ਇਹ ਗੰਗਾ ਤੇ ਆ ਕੇ ਵੀ ਬੰਦਿਆਂ ਵਾਂਗੂ ਇਸ਼ਨਾਨ ਨਾ ਕਰਨਗੇ, ਕੁੱਤੇ ਜਿਹੇ ਵਾਲਾ ਇਸ਼ਨਾਨ ਕਰਨਗੇ। ਉਹ ਕਹਿੰਦਾ ਉਹ ਇਹਦਾ ਕੀ ਮਤਲਬ ਹੋਇਆ ਬਈ? ਉਹ ਕਹਿੰਦਾ ਵੀ ਜੇ ਤੂੰ ਹੁਣ ਆ ਹੀ ਗਿਆ ਗੰਗਾ ਵਿੱਚ, ਤੇ ਸਿਣੇ ਸਿਰ ਕਿਉਂ ਨਹੀਂ ਚੁੱਭੀ ਮਾਰਦਾ ਵਿੱਚ? ਮੂੰਹ ਬਾਹਰ ਨੂੰ ਕੱਢ ਛੱਡਦੇ ਆ ਤੇ ਬਾਕੀ ਧੜ ਜਿਹਾ ਧੋ ਛੱਡਦੇ ਆ। ਹੈਂ, ਤੁਹਾਡੀ ਆਦਤ ਨਾ ਗਈ। ਕਹਿੰਦਾ ਪੰਜਾਬੀ ਉਹ ਬੜਾ ਤਵਾ ਲਾਇਆ, ਉਹਨੂੰ ਵਿਚਾਰੇ ਨੂੰ ਸ਼ਰਮ ਆ ਗਈ, ਬੇਇੱਜ਼ਤੀ ਕਰਦਾ। ਉਹਨੇ ਜਦੋਂ ਵਿਚਾਰੇ ਨੇ ਨੱਕ ਫੜ ਕੇ ਕੰਨਾਂ 'ਚ ਹੱਥ ਹੁੱਥ ਦੇਣ ਦੀ ਕੋਸ਼ਿਸ਼ ਕੀਤੀ, ਕਿੱਥੇ ਦਿੱਤਾ ਜਾਂਦਾ। ਜਦੋਂ ਉਹਨੇ 2-4 ਮਾਰੀਆਂ ਤੇ ਉਹ ਜਿੰਨਾ ਬਾਹਰ ਸਮਾਨ ਪਿਆ ਹੀ ਚੁੱਕ ਕੇ ਹਰਨ ਹੋ ਗਿਆ। ਉਹਨੇ ਤੇ ਉਹਦੀ ਲਵਾ ਦੀ ਡੁਬਕੀ ਗੰਗਾ ਦੇ ਵਿੱਚ ਵਿਚਾਰੇ ਤੇ। ਉਹ ਬਾਹਰ ਨਿਕਲ ਕੇ ਸਮਾਨ ਲੱਭੇ। ਐਡਾ ਸ਼ੈਤਾਨ ਠੱਗ ਵੱਜਾ ਉਹਨੂੰ, ਧਰਮ ਦੇ ਨਾਂ ਤੇ ਉਹਨੂੰ ਬੇਵਕੂਫ ਬਣਾ ਗਿਆ। ਕੱਪੜੇ ਉਹਦੇ ਸੁੱਟ ਗਿਆ ਰਾਜ, ਤੇ ਜਿਹੜੀ ਵਿੱਚ ਪੈਸਿਆਂ ਦੀ ਗਠੜੀ ਸੀ ਉਹ ਚੁੱਕ ਕੇ ਗਾਂਹ ਹੋਇਆ। ਉਹਨੂੰ ਵਿਚਾਰਾ ਪਰਦੇਸੀ ਬੰਦਾ, ਹੁਣ ਨਾ ਕੋਈ ਜਾਣੇ ਨਾ ਕੋਈ ਪਛਾਣੇ, ਨਾ ਕਿਸੇ ਨਾਲ ਸਾਂਝ। ਰੋਟੀ ਉਹਨੇ ਨਾ ਖਾਧੀ ਵਿਚਾਰੇ ਨੇ, ਵੀ ਚਲੋ ਪਹਿਲਾਂ ਇਸ਼ਨਾਨ ਕਰਾਂਗੇ ਤੇ ਫੇਰ ਹੀ ਸਭ ਕੁਝ ਕਰਾਂਗੇ। ਤਾਂ ਉਹ ਐਡਾ ਦੁਖੀ, ਜੇਠ ਹਾੜ ਦਾ ਮਹੀਨਾ, ਇੰਨੀ ਗਰਮੀ ਪਵੇ, ਉੱਥੇ ਬੈਠਾ ਵਿਚਾਰਾ ਕੰਢੇ ਤੇ ਦੁਖੀ ਹੋ ਗਏ, ਤੇ ਰੱਬ ਨੂੰ ਕੋਸੀ ਜਾਵੇ ਵੀ ਚੰਗਾ ਤੂੰ ਇਸ਼ਨਾਨ ਕਰਾਇਆ ਹੈ, ਕੀ ਲੋੜ ਪਈ ਇਹੋ ਜਿਹਾ ਸਿਰ ਨਹਾਉਣ ਤੋਂ, ਉੱਦਾਂ ਹੀ ਚੰਗੇ ਹੈਗੇ ਦਾ। ਤਾਂ ਸਾਧ ਸੰਗਤ ਜੀ ਉੱਥੇ ਐਡਾ ਦੁਖੀ ਹੋ ਗਿਆ, ਤੇ ਸੋਚੀ ਗਿਆ ਤੇ ਸੋਚ ਕੇ ਪਤਾ ਕਿੱਥੇ ਆ ਗਿਆ। ਬ੍ਰਾਹਮਣ ਸੀ। ਆਪਾਂ ਤੇ ਸਿੱਖ ਸ਼ਬਦ ਨੂੰ ਪੂਜਦੇ ਨਾ, ਇਹ ਮੂਰਤ ਆਪਣੇ ਰੱਖਦੇ ਸਾਲਗ੍ਰਾਮ ਨਾਲ ਡੱਬੀ 'ਚ।
ਬਾਣੀ ਦੇ ਵਿੱਚ ਵੀ ਆਉਂਦਾ ਨਾ, ਆਂਟ ਛੇਤੀ ਨਾਕ ਪਕੜੇ ਠੱਗਣ ਕੋ ਸੰਸਾਰ। ਤਾਂ ਸਾਲਗ੍ਰਾਮ ਰੱਖਦੇ ਡੱਬੀ ਦੇ ਵਿੱਚ, ਤਾਂ ਸਾਲਗ੍ਰਾਮ ਨੂੰ ਕੱਢ ਕੇ ਨਾ ਬਾਹਰ ਡੱਬੀ 'ਚ ਰੱਖ ਕੇ ਕਹਿੰਦਾ ਸਾਰਾ ਸਿਆਪਾ ਕਹਿੰਦਾ ਰੱਬਾ ਤੇਰਾ ਵਾ। ਵੀ ਜਦੋਂ ਧਰਮ ਕਹਿੰਦਾ ਵੀ ਜੋ ਦੁਨੀਆ 'ਚ ਇੱਕ ਇਹ ਵੀ ਫਿਲਾਸਫੀ ਆ ਨਾ, ਹੋ ਰਿਹਾ ਉਹ ਰੱਬ ਕਰਕੇ ਹੋ ਰਿਹਾ, ਬ੍ਰਹਮ ਦ੍ਰਿਸ਼ਟੀ। ਪਰ ਉਹਦੇ ਨਾਲ ਇਹ ਵੀ ਥੋੜ੍ਹਾ ਜਿਹਾ ਸਮਝਣਾ ਪੈਂਦਾ ਵੀ ਹੁੰਦਾ ਉਹੋ ਹੀ ਆ ਜੋ ਰੱਬ ਕਰਦਾ ਪਿਆ ਵਾ, ਪਰ ਕਰਮ ਸਾਡੇ ਆਪਣੇ ਹੁੰਦੇ, ਉਹਦਾ ਫਲ ਦਿੰਦਾ ਵਾ। ਤਾਂ ਉਹਦੇ ਮਨ ਦੇ ਵਿੱਚ ਉਹਨੇ ਸਾਲਗ੍ਰਾਮ ਕੱਢ ਕੇ ਬਾਹਰ ਰੱਖ ਲਿਆ ਤੇ ਚੰਗਾ ਵਧੀਆ ਡੰਡਾ ਉਹਨੇ ਲਿਆ ਲੱਭ ਤੇ ਕਹਿੰਦਾ ਤਕਾਲਾਂ ਤੱਕ ਜੇ ਤੇ ਮੇਰੇ ਪੈਸੇ ਦੇ ਬਣਾ ਸਾਲਗ੍ਰਾਮ ਨੂੰ ਕਹਿੰਦਾ, ਤੇ ਫੇਰ ਤੇ ਤੇਰੀ ਖੈਰ ਆ, ਨਹੀਂ ਤੇ ਕਹਿੰਦਾ ਡੰਡੇ ਨਾਲ ਉਹ ਕੁੱਟੂਗਾ ਨਾ, ਕਹਿੰਦਾ ਬਰੀਕ ਬਰੀਕ ਕਰਕੇ ਨਾ ਹਿੱਸੇ ਗੰਗਾ 'ਚ ਸੁੱਟੂਗਾ ਤੈਨੂੰ ਮੈਂ, ਮੂਰਤੀ ਨੂੰ ਕਹਿੰਦਾ। ਆਪਾਂ ਤੇ ਸ਼ਬਦ ਮੂਰਤੀ ਮੰਨਦੇ ਨਾ, ਸ਼ਬਦ ਨੂੰ ਮੰਨਦੇ, ਇਹ ਹੋਰ ਕਿਸੇ ਨੂੰ ਮੰਨਦੇ। ਅਧਿਆਤਮਕ ਰਮਾਇਣ 'ਚ ਲਿਖਿਆ ਵੀ ਹਿੰਦੂ ਨੂੰ ਮੂਰਤੀ ਪੂਜਣ ਦਾ ਕੀ ਭਾਵ ਆ। ਮੂਰਤੀ ਮੈਨੇ ਮਿੱਟੀ ਦੀ, ਤਾਂ ਆ ਜਿੰਨੀਆਂ ਮੂਰਤਾਂ ਵਾ, ਜਿੰਨੇ ਸਰੀਰ ਸਭ ਮਿੱਟੀ ਦੇ, ਹਰੇਕ 'ਚ ਰੱਬ ਵੇਖੋ, ਇੰਨਾ ਕੀ ਭਾਵ ਆ ਅਧਿਆਤਮਕ ਰਮਾਇਣ ਦੇ ਵਿੱਚ ਇਹ ਲਿਖਿਆ ਵਾ। ਇਹ ਮੂਰਤੀ ਪੂਜਣ ਦਾ ਭਾਵ ਆ ਜਿੰਨੀਆਂ ਮੂਰਤੀਆਂ ਨੇ, ਇਸਤਰੀਆਂ ਪੁਰਸ਼ ਸਭ 'ਚ ਰੱਬ ਵੇਖ, ਇੰਨਾ ਫਰਕ ਹੁੰਦਾ। ਤੇ ਰੱਬ ਥੋੜ੍ਹੀ ਵੇਂਦੇ ਤੇ ਇੰਨਾ ਡਰਾ ਦਿੰਦੇ ਤੇਰੇ ਤੇ ਪਤਾ ਨਹੀਂ ਕੀ ਆਉਣ ਵਾਲਾ ਸ਼ਨੀ ਚੜਿਆ ਫਿਰਦਾ ਤੈਨੂੰ, ਇਹ ਤੇ ਊਂ ਹੀ ਬੰਦੇ ਦਾ ਲਹੂ ਸਕਾ ਛੱਡਦੇ ਆ। ਤਾਂ ਉਹਨੂੰ ਗੁੱਸਾ ਗਿਆ ਚੜ੍ਹ, ਉਹ ਕਹਿੰਦਾ ਵੀ ਮੈਂ ਡੰਡਾ ਉਹ ਫੇਰੂੰਗਾ ਨਾ ਤੈਨੂੰ, ਈਸ਼ਵਰ ਨੂੰ ਕਹਿੰਦਾ ਇਹ ਸਭ ਕੁਝ ਕਰਾਉਣ ਵਾਲਾ ਤੂੰ ਆ। ਤੇ ਗੱਲ ਸੱਚੀ ਹੈ, ਚੱਲਦਾ ਤੇ ਉਹਦੇ ਹੁਕਮ 'ਚ ਹੀ ਆ ਸਭ ਕੁਝ, ਪਤਾ ਨਹੀਂ ਝੂਲਦਾ ਉਹਦੇ ਤੋਂ ਬਿਨਾਂ। ਨਾਲੇ ਕਹਿੰਦਾ ਤੈਨੂੰ ਗੰਗਾ 'ਚ ਗੋਤੇ ਦਊਂਗਾ, ਸੁੱਟੂੰਗਾ, ਤੇ ਨਾਲੇ ਕਹਿੰਦਾ ਆਪ ਡੁੱਬ ਕੇ ਮਰੂੰਗਾ ਵੀ ਮੇਰੇ ਨਾਲ ਰੱਬ ਨੇ ਐਡੀ ਮਾੜੀ ਕੀਤੀ, ਮੈਂ ਕਿੱਥੋਂ ਤੁਰ ਕੇ ਆਇਆ ਤੇ ਆਹ ਕਰਤੂਤ ਮੇਰੇ ਨਾਲ ਕੀਤੀ ਇਹਨੇ। ਇਸ ਗੱਲ ਤੇ ਉਹ ਨਿਸ਼ਚਾ ਕਰਕੇ ਬਹਿ ਗਿਆ। ਤੇ ਜਦੋਂ 2 ਘੰਟੇ ਭੁੱਖਾ ਤੇ ਉਹ ਸਵੇਰ ਦਾ ਸੀ, ਗਰਮੀ ਨਾਲ ਪਸੀਨੇ ਨਾਲ ਉਹਦੀ ਜ਼ੁਬਾਨ ਸੁੱਕੇ 2 ਘੰਟੇ ਬੀਤੇ, ਤੇ ਇੱਕ ਬੰਦਾ ਆਇਆ, ਕਹਿੰਦਾ ਬ੍ਰਾਹਮਣਾ ਧੁੱਪੇ ਬੈਠਾ, ਰੋਟੀ ਪਾਣੀ ਭੰਡਾਰਾ ਨਹੀਂ ਛਕਣਾ? ਕਹਿੰਦਾ ਨਹੀਂ ਮੈਂ ਨਹੀਂ ਖਾਣਾ। ਉਹਦੇ ਬੜਾ ਔਖਾ ਸੀ ਵਿਚਾਰਾ, ਰੁਪਈਆ ਉਹ ਤੋਂ ਹੈ ਨਹੀਂ ਸੀ, ਕਿੱਥੋਂ ਪੰਜਾਬ ਮੁੜੂਗਾ ਦੁਬਾਰਾ। ਤਾਂ ਉਹ ਕਹਿਣ ਲੱਗਾ ਵੀ ਜੇ ਤੂੰ ਨਹੀਂ ਖਾਣਾ, ਆਪਦੇ ਹੱਥੀਂ ਪਕਾ ਕੇ ਦਿੰਨਾ ਤੇ ਮੈਂ ਤੈਨੂੰ ਅੰਨ ਲੈ ਦਿੰਨਾ, ਖਰੀਦ ਦਿੰਨਾ ਦੁਕਾਨ ਤੋਂ, ਆਪਦਾ ਬਣਾ ਕੇ ਖਾ ਲਾ, ਤੇ ਭੁੱਖਾ ਕਿਉਂ ਮਰਦਾ ਪਿਆ ਇੱਥੇ ਬੈਠਾ ਗੰਗਾ ਦੇ ਕਿਨਾਰੇ। ਉਹਨੇ ਫਿਰ ਕੀ ਕੀਤਾ ਸਾਧ ਸੰਗਤ ਜੀ, ਉਹਦੇ ਅੱਗੇ ਬੜਾ ਦੁਖੀ ਸੀ। ਉਹ ਕਹਿੰਦਾ ਚਲਿਆ ਜਾ ਚਲਿਆ ਜਾ, ਮੈਂ ਅੱਗੇ ਬੜਾ ਤੰਗ ਹੀ, ਕਹਿੰਦਾ ਤੂੰ ਜਿਹੜਾ ਮੈਨੂੰ ਅੰਨ ਦਵਾਉਣ ਆਇਆ ਨਾ, ਮੈਨੂੰ ਸਭ ਪਤਾ, ਕਹਿੰਦਾ ਤੇਰੇ ਵਰਗਾ, ਕਹਿੰਦਾ ਅੱਗੇ ਇੱਕ ਮੇਰੀ ਡੁਬਕੀ ਲਵਾ ਗਿਆ ਗੰਗਾ ਦੇ ਵਿੱਚ, ਤੇ ਤੂੰ ਅੰਨ ਦਵਾ ਕੇ ਜਿਹੜਾ ਚੰਦ ਚਾੜੇਗਾ ਕੀ ਪਤਾ ਕੀ ਕਰੇਗਾ ਮੇਰਾ। ਉਹ ਫੇਰ ਘੰਟਾ ਡੇਢ ਲੰਘਿਆ, 12 ਵਜੇ ਉਹ ਬੈਠਾ ਜੀ, 3 3:30 ਹੋਏ ਤੇ ਮਹਾਰਾਜ ਨੂੰ ਤਰਸ ਆ ਗਿਆ, ਇਹ ਤੇ ਮਰੂਗਾ ਨਾਲ ਤੇ ਮੇਰਾ ਨਾਮ ਹੀ ਬਦਨਾਮ ਕਰੂਗਾ ਇਹ ਤੇ। ਉਹ ਫੇਰ ਬੰਦਾ ਆਇਆ, ਉਹ ਕਹਿੰਦਾ ਵੀ ਮਰਨ ਦਾ ਕੋਈ ਫਾਇਦਾ ਨਹੀਂ ਆ, ਪੈਸਾ ਹੱਥਾਂ ਦੀ ਮੈਲ ਆ, ਆਉਂਦਾ ਜਾਂਦਾ ਰਹਿੰਦਾ ਵਾ, ਤੇ ਇਹ ਸਰੀਰ ਨੂੰ ਨਾ ਮਾਰ, ਇਹ ਸਰੀਰ ਨਹੀਂ ਮਿਲਦਾ, ਬਾਅਦ 'ਚ ਪੈਸਾ ਤੇ ਮਿਲ ਜਾਂਦਾ। ਫਿਰ ਸਰੀਰ ਨੂੰ ਰੱਖ ਕੇ ਸਾਧਨਾ ਕਰ, ਬੰਦਗੀ ਕਰ, ਤੂੰ ਜਿੰਨੀ ਕਰ ਸਕਦਾ ਕਰ ਬੰਦਗੀ ਪਰਮੇਸ਼ਰ ਦੀ। ਤੇ ਇਹਦਾ ਪੈਸੇ ਦਾ ਕੀ ਹੈ, ਇਹ ਤੇ ਆਉਂਦਾ ਜਾਂਦਾ ਰਹਿੰਦਾ, ਹੱਥਾਂ ਦੀ ਮੈਲ ਆ, ਸਿਆਣੇ ਕਹਿੰਦੇ। ਉਹ ਕਹਿੰਦਾ ਵੀ ਤੇਰੀ ਮੇਰੇ ਨਾਲ ਦੁਸ਼ਮਣੀ ਆ ਕੋਈ। ਬ੍ਰਾਹਮਣ ਕਹਿੰਦਾ ਵੀ ਤੇਰੇ ਕੀ ਢਿੱਡ ਪੀੜ ਹੁੰਦੀ ਆ ਬਈ, ਮੈਂ ਖਾਵਾਂ ਨਾ ਖਾਵਾਂ, ਮੈਂ ਮਰਾਂ ਜਿਉਂਦਾ ਰਵਾਂ, ਤੈਨੂੰ ਕੀ ਤਕਲੀਫ ਆ ਬਈ, ਇਹ ਤੂੰ ਜਾਂਦਾ ਕਿ ਨਹੀਂ? ਕਹਿੰਦਾ ਮੈਂ ਅੱਗੇ ਬੜਾ ਔਖਾ ਹੀ, ਮੈਂ ਆ ਮੂਰਤੀ ਦੇ ਭੰਨਣੀ ਨਾ ਡੰਡੇ ਨਾਲ, ਕਹਿੰਦਾ ਪਹਿਲਾਂ ਤੇਰਾ ਸਿਰ ਭੰਨੂਗਾ ਮੈਂ, ਜਿਹੜਾ ਲਹੂ ਪੀਣ ਡਿਆ। ਉਹਦੇ ਭੁੱਖਾ ਬੈਠਾ ਸੀ ਵਿਚਾਰਾ ਸਵੇਰ ਦਾ। ਤਾਂ ਫਿਰ ਜਦੋਂ ਸ਼ਾਮ ਹੋਣ ਲੱਗੀ ਨਾ, ਫਿਰ ਮਹਾਰਾਜ ਨੂੰ ਤਰਸ ਆ ਗਿਆ, ਜਾ ਕੇ ਕਹਿੰਦੇ ਜੇ ਤੇਰੇ ਪੈਸੇ ਦਵਾ ਦਾਂ ਤੇ ਹੋਰ ਕੁਛ ਨਹੀਂ ਮੰਗੇਗਾ, ਲਾਲਚ ਨਾ ਕਰੇਗਾ, ਕਿਉਂ ਬ੍ਰਾਹਮਣ ਨਾ ਇਹ ਜੰਮਦੇ ਲੋਭੀ ਹੁੰਦੇ, ਇਹ ਅੱਜ ਤੋਂ ਥੋੜ੍ਹੀ ਪੂਜਾ ਲੈਣ ਦੇ, ਜੰਮਦੇ ਲੋਭੀ ਹੁੰਦੇ। ਇੱਕ ਇਹ ਮਿੱਠਾ ਖਾਣ ਦੇ, ਮਿੱਠਾ ਇਹਨਾਂ ਦੇ ਲਹੂ 'ਚ ਹੀ ਆ। ਆਪਾਂ ਨੂੰ ਤੇ ਖੀਰ ਹੋਣੀ ਵੱਜਣ ਲੱਗੀ, ਪਹਿਲਾਂ ਇਹੀ ਖਾਂਦੇ ਰਹੇ ਸਦੀਆਂ ਤੋਂ। ਇੱਕ ਇਹਨਾਂ ਦੇ ਲਹੂ 'ਚ ਮਿੱਠਾ ਹੁੰਦਾ ਵਾ, ਜਿੰਨਾ ਮਰਜ਼ੀ ਖਵਾ ਦਿਓ।
ਤੇ ਦੂਜਾ ਇਹ ਜਨਮਜਾਤ ਲੋਭੀ ਹੁੰਦੇ। ਸਵਾਮੀ ਜੀ ਕਹਿੰਦੇ ਜਨਮਜਾਤ ਲੋਭੀ, ਆਪ ਉਹ ਦੱਸਦੇ ਹੁੰਦੇ ਵੀ ਸਾਡਾ ਭਾਈਚਾਰਾ ਜਨਮਜਾਤ ਲੋਭੀ ਹੈ। ਠੀਕ ਆ, ਭਾਵੇਂ ਪੂਜਾ ਕਰਨ ਮੰਦਰਾਂ 'ਚ ਕਦੋਂ ਤੋਂ ਹੀ ਕਰਦੇ ਹੁੰਦੇ, ਇਹਨਾਂ ਦਾ ਇਹ ਵੀ ਨਹੀਂ ਪਤਾ ਵੀ ਉਹ ਭਗਵਾਨ ਦੇ ਹੀ ਗਹਿਣੇ ਲਾ ਲੈਣੇ ਇਹਨਾਂ ਨੇ। ਤਾਂ ਉੱਥੇ ਸਾਧ ਸੰਗਤ ਜੀ ਮਹਾਰਾਜ ਉਹਨੂੰ ਕਹਿੰਦੇ ਵੀ ਚੱਲ ਤੁਰ ਫਿਰਦਾ। ਉਹਨੂੰ ਨਹੀਂ ਪਤਾ, ਉਹ ਕਹਿੰਦਾ ਵੀ ਚਲੋ ਬੰਦਾ ਚੰਗਾ ਜਾਪਦਾ ਹੈ। ਤਾਂ ਉਹ ਲੈ ਕੇ ਗਏ, ਉਹ ਤੁਰ ਪਿਆ ਨਾਲ ਵਿਚਾਰਾ, ਬੜਾ ਹੌਸਲਾ ਕਰਕੇ ਤੁਰਿਆ, ਜਾਨ ਤਾਂ ਨਹੀਂ ਸੀ ਸਰੀਰ 'ਚ ਤੁਰਨ ਦੀ, ਤਗੜਾ ਹੋ ਕੇ ਤੁਰ ਪਿਆ। ਇਹ ਗਿਆ ਤੇ ਆਈ ਹੈ ਚਲੋ ਸਭ ਕੁਝ। ਤਾਂ ਸ਼ਾਮ ਨੂੰ ਇੱਕ ਕਮਰੇ 'ਚ ਲੈ ਗਿਆ, ਇੱਕ ਸੁੰਨਸਾਨ ਜਗ੍ਹਾ 'ਤੇ, ਉੱਥੇ ਉਹਦੀ ਗੁਥਲੀ ਸੁੱਟੀ ਪਈ ਸੀ ਗੁੱਠੇ। ਕਹਿੰਦਾ ਚੁੱਕ ਲਾ ਉਹਦੇ। ਪਛਾਣ ਲਾ। ਪਛਾਣਦਾ ਵਾਂ? ਕਹਿੰਦਾ ਪਛਾਣਦਾ। ਹਾਂ। ਕਹਿੰਦਾ ਮੇਰੀ। ਤਾਂ ਜਦੋਂ ਉਹ ਬੰਦਾ ਦੇ ਕੇ ਗੁਥਲੀ ਤੁਰਨ ਲੱਗਾ ਨਾ, ਬ੍ਰਾਹਮਣ ਨੇ ਜੱਫਾ ਪਾ ਲਿਆ, ਜੱਫਾ ਮਾਰ ਲਿਆ ਉਹਨੇ। ਉਹ ਕਹਿੰਦਾ ਕੋਈ ਚੋਰ ਨਹੀਂ ਆ, ਤੂੰ ਚੋਰ ਆ ਮੇਰਾ। ਕਹਿੰਦਾ ਸਿੱਧਾ ਹੋ ਕੇ ਮੈਨੂੰ ਦਰਸ਼ਨ ਦੇਣੇ ਕਿ ਨਹੀਂ ਦੇਣੇ? ਇਹ ਕੋਈ ਚੋਰ ਨਹੀਂ ਆ, ਤੂੰ ਚੋਰ ਆ ਮੇਰਾ। ਉਹ ਕਹਿੰਦਾ ਮੈਂ ਤੈਨੂੰ ਪਹਿਲਾਂ ਸਹੁੰ ਖਵਾਈ ਆ ਵੀ ਬਾਅਦ 'ਚ ਲੱਭ ਤਾਂ ਨਹੀਂ ਕਰੇਗਾ, ਹੁਣ ਲੱਭ ਕਰਦਾ ਨਾ ਮੈਨੂੰ ਦਰਸ਼ਨ ਦੇ। ਪੈਸੇ ਚੁੱਕ ਕਹਿੰਦਾ ਆਪਦੇ। ਉਦੋਂ ਦਰਸ਼ਨ ਥੋੜ੍ਹੀ ਮੰਗਦਾ ਸੀ, ਉਦੋਂ ਤੇ ਪੈਸੇ ਮੰਗਦਾ ਸੀ ਵੀ ਤੇਰੀ ਮੈਂ ਡੰਡੇ ਨਾਲ ਮੂਰਤੀ ਭੰਨੂ, ਇਹ ਕਰੂੰ ਉਹ ਕਰੂੰ। ਤਾਂ ਕਹਿਣ ਤੋਂ ਭਾਵ ਵੀ ਉੱਥੇ ਸਾਧ ਸੰਗਤ ਜੀ, ਫਿਰ ਉਹ ਜਿਹੜੇ ਸਾਧੂ ਸੀ ਨਾ, ਉਹ ਬ੍ਰਾਹਮਣ ਸੀ ਜਿਹੜਾ, ਉਹ ਤੋਂ ਮਹਾਰਾਜ ਨੇ ਖਹਿੜਾ ਛਡਾਉਣ ਨੂੰ ਨਾ ਧੱਕਾ ਮਾਰਿਆ ਉਹਨੂੰ। ਉਹ ਡਿੱਗ ਪਿਆ ਤੇ ਉਹਦੇ ਉੱਤੇ ਜਿਵੇਂ ਨਸ਼ਾ ਜਿਹਾ ਛਾ ਜਾਂਦਾ ਹੁੰਦਾ, ਉਹਨੂੰ ਨੀਂਦ ਆ ਗਈ ਤੇ ਸੁਪਨੇ 'ਚ ਮਾੜੇ ਜਿਹੇ ਦਰਸ਼ਨ ਦੇ ਕੇ ਰੱਬ ਭੱਜ ਗਿਆ। ਉਹ ਪਹਿਲਾਂ ਭਜਨ ਕੀਤਾ ਸੀ ਨਾ ਵੀ ਫਿਰ ਲੱਭ ਤਾਂ ਨਾ ਕਰੇਗਾ। ਉਹ ਬ੍ਰਾਹਮਣ ਬੜਾ ਤੇਜ਼ ਸੀ ਵੀ ਹੋਰ ਕਿਹੜਾ ਹੋ ਸਕਦਾ ਬੰਦਾ। ਉਹਨੇ ਪਛਾਣ ਲਿਆ ਵੀ ਇਹ ਤੇ ਪਰਮੇਸ਼ਰ ਆ। ਤਾਂ ਉਹਨੂੰ ਜਿਹੜੇ ਦਰਸ਼ਨ ਹੋਏ ਨਾ, ਦਰਸ਼ਨ ਫਿਰ ਉਹਦਾ ਫਿਰ ਉਹ ਧਿਆਨ ਕਰਦਾ ਹੁੰਦਾ ਸੀ। ਤੇ ਉਹ ਜਦੋਂ ਵਾਪਸ ਆਇਆ ਲਾਹੌਰ ਆਣ ਕੇ ਉਹਨੇ ਕਰਕੇ ਨਾ ਟੱਬਰ ਇਕੱਠਾ, ਕਹਿੰਦਾ ਸਾਰਿਆਂ ਨੂੰ ਜਾਇਦਾਦ ਵੰਡ ਕੇ, ਕਹਿੰਦਾ ਅੱਜ ਤੋਂ ਬਾਅਦ ਤੁਸੀਂ ਮੇਰੇ ਲਈ ਮਰ ਗਏ ਤੇ ਮੈਂ ਤੁਹਾਡੇ ਲਈ ਮਰ ਗਿਆ। ਵੀ ਮੈਂ ਤੁਹਾਡਾ ਕੁਝ ਨਹੀਂ ਦੇਣਾ ਤੇ ਤੁਸੀਂ ਹੁਣ ਮੇਰਾ ਕੋਈ ਨਹੀਂ ਦੇਣਾ। ਦੇਣਾ ਤੇ ਜਾਇਦਾਦ ਹੀ ਹੁੰਦੀ, ਬਜ਼ੁਰਗ ਨੇ ਹੋਰ ਕੀ ਦੇਣਾ ਹੁੰਦਾ। ਆਹ ਚੁੱਕੋ ਆਪਣਾ ਸਮਾਨ ਤੇ ਮੈਂ ਹੁਣ ਰੱਬ ਦੀ ਬੰਦਗੀ ਕਰੂੰਗਾ। ਉਹ ਫਿਰ ਨਾ ਲਾਹੌਰ ਚਲੇ ਗਿਆ। ਇੱਕ ਦਿਨ ਬਾਬਾ ਖੁਦਾ ਸਿੰਘ ਜੀ ਜਿਹੜੇ ਬ੍ਰਹਮ ਗਿਆਨੀ ਹੋਏ ਨਾ, ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਦੇ ਸੇਵਕ, ਉਹ ਤੇ ਪੰਡਤ ਸ਼ੇਰ ਸਿੰਘ ਜੀ ਰੋਜ਼ ਸੈਰ ਕਰਦੇ ਹੁੰਦੇ ਸੀ ਲਾਹੌਰ ਬਾਗ ਵਿੱਚ। ਤੇ ਇਹ ਬ੍ਰਾਹਮਣ ਨੇ ਨਾ ਰੋਜ਼ ਹੀ ਉਹਨਾਂ ਨੂੰ ਬਾਂਹ ਫੜ ਕੇ ਖਲੋ ਜਾਣਾ ਤੇ ਉਹਨਾਂ ਦਾ ਮੂੰਹ ਹੀ ਦੇਖਦੇ ਰਹਿਣਾ, ਮੂੰਹ ਹੀ ਦੇਖਦੇ ਰਹਿਣਾ। ਤੇ ਇੱਦਾਂ ਜਾਪਣਾ ਜਿਵੇਂ ਨਾ ਇਹ ਬੰਦਾ ਬਹੁਤ ਵੱਡਾ ਨਸ਼ੇ 'ਚ ਆ, ਇਹਨੂੰ ਨਸ਼ਾ ਕੀਤਾ ਇਹਨੇ। ਤਾਂ ਸੰਤਾਂ ਪੁੱਛਿਆ ਵੀ ਕੀ ਗੱਲ ਆ? ਕਹਿੰਦਾ ਮਹਾਰਾਜ ਤੁਹਾਡੇ ਚਿਹਰੇ 'ਚੋਂ ਮੈਨੂੰ ਉਹ ਦਰਸ਼ਨ ਹੁੰਦੇ ਜਿਹੜੇ ਇੱਕ ਵਾਰੀ ਪਰਮੇਸ਼ਰ ਦੇ ਹੋਏ। ਇਸ ਕਰਕੇ ਕਹਿੰਦਾ ਮੈਂ ਉਸ ਨਸ਼ੇ ਵਿੱਚ ਮੈਨੂੰ ਖੁਮਾਰੀ ਚੜ੍ਹੀ ਰਹਿੰਦੀ। ਤੇ ਕਹਿੰਦੇ ਤੂੰ ਰੋਟੀ ਨਹੀਂ ਖਾਂਦਾ, ਪ੍ਰਸ਼ਾਦਾ ਪਾਣੀ ਕਿੱਦਾਂ? ਕਹਿੰਦਾ ਅੱਧੇ ਪੈਸੇ ਦਾ ਨਾ 4 ਬੰਦਿਆਂ ਦਾ ਪਾਠ ਕਰ ਦਈਦਾ, ਉਹ 2 ਰੁਪਈਏ ਬਣ ਜਾਂਦੇ, ਰੋਟੀ ਰਾਟੀ ਖਾ ਛੱਡੀ ਦੀ। ਇਸ ਤੋਂ ਵੱਧ ਨਹੀਂ ਕਹਿੰਦਾ ਕੱਖ ਵੀ ਕਰੀਦਾ ਹੈ। ਇਸ ਤੋਂ ਵੱਧ ਕਹਿੰਦੇ ਪਰਮੇਸ਼ਰ ਦੀ ਬੰਦਗੀ ਕਰੀਦੀ ਹੈ। ਤਾਂ ਨਿਯਮ ਦੇ ਵਿੱਚ ਸਾਧ ਸੰਗਤ ਜੀ ਏਡੀ ਵੱਡੀ ਪ੍ਰਾਪਤੀ। ਕੋਈ ਵੀ ਨਿਯਮ ਪੱਕਾ ਕਰ ਲੇ ਆਪਣੀ ਜ਼ਿੰਦਗੀ ਦੇ ਵਿੱਚ, ਪ੍ਰਾਪਤੀ ਉਹਦੇ ਵਿੱਚ ਹੁੰਦੀ ਹੈ। ਤਾਂ ਉਹ ਭੀਸ਼ਮ ਜੀ ਦਾ ਏਡਾ ਵੱਡਾ ਨਿਯਮ ਸੀ, ਬਾਬਾ ਸ੍ਰੀ ਚੰਦ ਸਾਹਿਬ ਜੀ ਦਾ ਐਸਾ ਨਿਯਮ ਸੀ। ਤਾਂ ਕਹਿੰਦੇ ਏਡੇ ਵੱਡੇ ਉਹ ਜਤੀ ਹੋਏ ਹਨ। ਦਾਸ ਅਨੁਜ ਤਿਨ ਭਇਓ। ਤਾਂ ਸਾਧ ਸੰਗਤ ਜੀ ਗੱਲ ਵਿੱਚੇ ਰਹਿ ਗਈ। ਉਹ ਭੀਸ਼ਮ ਦੀ ਮਾਤਾ ਕਹਿੰਦੀ ਵੀ ਹੁਣ ਤੂੰ ਵਿਆਹ ਕਰਾ ਲਾ। ਮਾਤਾ ਹੀ ਲੱਗਦੀ ਸੀ, ਉਹ ਦੂਜੀ ਮਾਤਾ ਸੀ, ਮਾਤਾ ਹੀ ਲੱਗਦੀ ਸੀ। ਉਹਨਾਂ ਆਖਿਆ ਨਹੀਂ ਮੈਂ ਨਹੀਂ ਹੁਣ ਕਰ ਸਕਦਾ। ਫਿਰ ਉਹ ਵਿਆਸ ਜੀ ਨੂੰ ਲਿਆਂਦਾ, ਪਰ ਉਹ ਵਿਚਾਰੇ ਫਿਰ ਆਪਣੇ ਥੋੜ੍ਹਾ ਜਿਹਾ ਕਿਉਂ ਬਹੁਤੇ ਹੀ ਕਾਲੇ ਰੰਗ ਦੇ ਸਨ। ਤਾਂ ਕਾਲੇ ਰੰਗ ਦੇ ਸਨ, ਉਹਨਾਂ ਦਾ ਕੀ ਹੁਣ ਕਹੀਏ ਵਿਆਹ ਕੀਤਾ ਕਿ ਕੀ ਕੀਤਾ। ਫਿਰ ਉਹਨਾਂ ਤੋਂ ਅੱਗੇ ਫਿਰ ਔਲਾਦ ਪੈਦਾ ਹੋਈ ਤੇ ਉਹ ਇੱਕ ਬੀਬੀ ਨੂੰ ਪਸੰਦ ਨਹੀਂ ਸਨ। ਉਹਨੇ ਆਖਿਆ ਵੀ ਦੱਸ ਲੈ ਵੀ ਰਾਜਿਆਂ ਘਰ ਜੰਮੇ ਤੇ ਕਿਸਮਤ ਕੀ ਲਿਖਾਈ। ਤਾਂ ਉੱਥੇ ਉਹਨੇ ਗੁੱਸੇ ਦੀ ਮਾਰੀ ਨੇ ਆਪਣੀ ਨੌਕਰਾਣੀ ਭੇਜ ਛੱਡੀ, ਆਪ ਨਾ ਗਈ। ਨੌਕਰਾਣੀ ਨੂੰ ਉਹਦੇ ਵਰਗੀ ਸੀ ਨਾ, ਤੇ ਭੁਲੇਖਾ ਪਾਉਣ ਨੂੰ ਭੇਜਤੀ। ਫਿਰ ਉਹ ਨੌਕਰਾਣੀ ਦੇ ਵੇਖੋ ਭਾਗ ਜਾ ਕੇ ਉਹਦੀ ਕੁੱਖ 'ਚੋਂ ਬ੍ਰਹਮ ਗਿਆਨੀ ਵਿਦਰ ਜੰਮਿਆ। ਫਿਰ
ਹੈ ਉਹਨਾਂ ਦਾ ਭਰਾ ਸੀ, ਪਰ ਕਹਿੰਦੇ ਸੀ ਨੌਕਰਾਣੀ ਦਾ ਪੁੱਤ, ਇਹ ਕਰਕੇ ਮੂੰਹ ਨਹੀਂ ਸੀ ਨਾ ਲਾਉਂਦੇ, ਉਹਨੂੰ ਗਰੀਬ ਸਮਝਦੇ ਸਨ। ਤਾਂ ਇਦਾਂ ਦਾ ਇੱਕ ਹੋਰ ਸੀ ਮਾਤਾ, ਉਹ ਪਸੰਦ ਨਹੀਂ ਸੀ ਕਰਦੀ, ਉਹ ਅੱਖਾਂ ਜੀਆਂ ਬੰਦ ਕੀਤੀਆਂ, ਕਹਿੰਦੇ ਚੰਗਾ, ਕਹਿੰਦੇ ਮਹਾਰਾਜ ਕਹਿੰਦੇ ਅੰਨਾ ਹੀ ਜੰਮੂ ਤੇਰੇ ਫਿਰ, ਕਹਿੰਦੇ ਕਿਉਂ ਜਿਹੜੇ ਬਾਹਰਲੇ ਲੋਕ ਨੇ ਨਾ ਉਹ ਚੰਮ ਦੇ ਪੁਜਾਰੀ ਹਨ ਨਾ, ਰਾਮ ਦੇ ਪੁਜਾਰੀ ਨਹੀਂ ਆ, ਨਾਮ ਦੇ ਪੁਜਾਰੀ ਨੇ, ਚੰਮ ਦੇ ਪੁਜਾਰੀ, ਚੰਮ ਵੇਂਦੇ ਹਨ। ਤਾਂ ਉਹਨਾਂ ਆਖਿਆ ਚੰਗਾ ਫਿਰ ਅੰਨਾ ਹੀ ਜੰਮੂ, ਫਿਰ ਉਹਦੇ ਅੰਨਾ ਜੰਮ ਪਿਆ। ਇੱਦਾਂ ਦੀਆਂ ਕਈ ਗੱਲਾਂ ਹਨ, ਚਲੋ ਰਹੋ ਵਿਚਾਰ। ਤਾਂ ਜਿਵੇਂ ਉਹ ਜਤੀ ਸਤੀ ਹੋਏ, ਇੱਦਾਂ ਬਾਬਾ ਸ੍ਰੀ ਚੰਦ ਸਾਹਿਬ ਜੀ ਜਤੀ ਸਤੀ ਹੋਏ ਹਨ। ਤਾਂ ਸਾਧ ਸੰਗਤ ਜੀ ਫਿਰ ਦੂਸਰੇ ਹੋਏ ਨੇ ਸ੍ਰੀ ਬਾਬਾ ਲਖਮੀ ਦਾਸ ਜੀ। ਲਖਮੀ ਦਾਸ ਜੀ ਅਨੁਜ ਤਿੰਨ ਭਇਓ, ਉਹਨਾਂ ਦੇ ਛੋਟੇ ਭਰਾ ਹੋਏ ਨੇ ਬਾਬਾ ਲਖਮੀ ਦਾਸ ਜੀ। ਉਹਨਾਂ ਨੇ ਗ੍ਰਸਤ ਰਸਤਾ ਜਿਹੜਾ ਉਹ ਅਪਣਾਇਆ ਸੀ ਆਪਣੀ ਜ਼ਿੰਦਗੀ ਵਿੱਚ, ਪਰ ਬ੍ਰਹਮ ਗਿਆਨ ਦੇ ਵਿੱਚ ਦੋਵੇਂ ਭਰਾ ਬੰਦਗੀ ਵਿੱਚ, ਸ਼ਕਤੀ ਵਿੱਚ ਦੋਵੇਂ ਬਰਾਬਰ ਹੀ ਸਨ। ਕਿਉਂ ਪੁੱਤ ਕਿਹਦੇ ਸਨ? ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਿਆਣੇ ਪੁੱਤਰ ਸਨ। ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਪੋਤਰੇ ਦਾ ਨਾਂ ਸੀ ਬਾਬਾ ਧਰਮਚੰਦ, ਜਿਸ ਤੋਂ ਬੇਦੀਆਂ ਦੀ ਬੰਸ ਜਿਹੜੀ ਆ ਉਹ ਅੱਗੇ ਤੁਰੀ ਹੈ। ਇੱਕ ਦਿਨ ਸਾਧ ਸੰਗਤ ਜੀ ਸ਼ਿਕਾਰ ਖੇਡ ਕੇ ਬਾਬਾ ਲਖਮੀ ਦਾਸ ਜੀ ਆਏ ਹਨ, ਤੇ ਘੋੜੇ ਦੇ ਨਾਲ ਨਾ ਦੋਵੇਂ ਪਾਸੇ ਆਪਣੇ ਸ਼ਿਕਾਰ ਖੇਡ ਕੇ ਆਏ ਸੀ। ਸਹੇ ਖਰਗੋਸ਼ ਇਹ ਮਾਰ ਕੇ ਸਾਧ ਸੰਗਤ ਜੀ ਘੋੜੇ ਦੇ ਦੋਵੇਂ ਪਾਸੇ ਲਮਕਾਈ ਫਿਰਦੇ ਹਨ। ਬਾਬਾ ਸ੍ਰੀ ਚੰਦ ਸਾਹਿਬ ਜੀ ਨੂੰ ਤਰਸ ਆ ਗਿਆ। ਉਹਨਾਂ ਆਪਣੇ ਛੋਟੇ ਭਰਾ ਤੇ ਕਿਰਪਾ ਕਰਦਿਆਂ ਹੋਇਆਂ ਬਚਨ ਕੀਤਾ, ਤੇ ਕਿਰਪਾ ਯੁਗਤ, ਕਿਰਪਾ ਦੇ ਯੁਗਤ ਹੋ ਕੇ ਉਹਨਾਂ ਨੇ ਬਚਨ ਕੀਤਾ ਸੀ। ਉਸ ਸਮੇਂ ਕੀ ਕਹਿਣ ਲੱਗੇ? ਕਹਿੰਦੇ ਬਾਬਾ ਲਖਮੀ ਦਾਸ ਜੀ ਰੋਜ਼ ਸ਼ਿਕਾਰ ਖੇਡਦਾ ਵਾਂ ਤੇ ਜੀ ਜੰਤੂਆਂ ਨੂੰ ਮਾਰਦਾ ਰਹਿਣਾ ਹੈ, ਤੇ ਇਹ ਤੈਨੂੰ ਲੇਖਾ ਦੇਣਾ ਪੈਣਾ ਮਹਾਰਾਜ ਦੀ ਦਰਗਾਹ ਦੇ ਵਿੱਚ। ਏਦਾਂ ਉਹਨਾਂ ਨੇ ਬਚਨ ਕੀਤਾ ਸੀ ਸਾਧ ਸੰਗਤ ਜੀ। ਪਰ ਜਿਹੜੇ ਸੰਤ ਹੁੰਦੇ ਨਾ ਇਹ ਬਚਨ ਨਹੀਂ ਸਹਾਰਦੇ ਹਨ, ਇਹਨਾਂ ਨੂੰ ਕੋਈ ਮਿਹਣਾ ਮਾਰੇ ਤੇ ਫਿਰ ਉੱਤੇ ਪਹਿਰਾ ਦਿੰਦੇ ਹਨ। ਤਾਂ ਜਦੋਂ ਵੱਡੇ ਭਰਾ ਨੇ ਇਹ ਬਚਨ ਕੀਤਾ ਤੇ ਨਿੱਕੇ ਨੇ ਫਿਰ ਸਹਾਰਿਆ ਨਾ ਉਹਨੂੰ। ਘਰੇ ਚਲੇ ਗਏ ਤੇ ਜਾ ਕੇ ਤਿਆਰੀ ਕਰ ਲਈ, ਆਪਣੀ ਘਰ ਵਾਲੀ ਤੇ ਆਪਣਾ ਪੁੱਤ ਨਾਲ ਲੈ ਕੇ। ਤਾਂ ਸ਼ੀਘਰਤਾ ਧਾਰ ਕੇ ਘੋੜੇ ਤੇ ਚੜ ਗਏ ਹਨ, ਤੇ ਜਾ ਕੇ ਆਪਣੇ ਭਰਾ ਬਾਬਾ ਸ੍ਰੀ ਚੰਦ ਜੀ ਨੂੰ ਕਹਿਣ ਲੱਗੇ। ਤਾਂ ਕੀ ਕਹਿੰਦੇ ਵੀ ਅਸੀਂ ਭਾਈ ਬਾਬਾ ਜੀ ਅਸੀਂ ਲੇਖਾ ਪਹਿਲਾਂ ਦੇ ਹੀ ਆਉਨੇ ਹਾਂ। ਐਸੀ ਸ਼ਕਤੀ ਦੇ ਮਾਲਕ ਹੋਏ ਬਾਬਾ ਲਖਮੀ ਦਾਸ। ਤਾਂ ਇਸ ਤਰ੍ਹਾਂ ਸਾਧ ਸੰਗਤ ਜੀ ਦੇਖ ਲਓ, ਸਿਣੇ ਘੋੜੇ, ਸਿਣੇ ਘਰ ਵਾਲੀ ਤੇ ਸਿਣੇ ਪੋਤੀ ਜਦੋਂ ਸੱਚਖੰਡ ਨੂੰ ਜਾਣ ਲੱਗੇ ਸਨ, ਤਾਂ ਸੁਣ ਕੇ ਬਾਬਾ ਸ੍ਰੀ ਚੰਦ ਨੇ ਮਨ 'ਚ ਸੋਚਿਆ ਵੀ ਸਾਡੀ ਤੇ ਬੰਸੀ ਅੱਗੇ ਬਾਬੇ ਨਾਨਕ ਦੀ, ਜਗਤ ਗੁਰੂ ਨਾਨਕ ਦੀ ਬੰਸ ਕਿੱਦਾਂ ਤੁਰੂਗੀ? ਇਹ ਤੇ ਮੁੰਡਾ ਵੀ ਨਾਲ ਹੀ ਲੈ ਚੱਲੇ ਹਨ। ਤਾਂ ਬਾਬੇ ਧਰਮਚੰਦ ਨੂੰ ਬਾਂਹ ਦੇ ਨਾਲ ਥੱਲੇ ਤਾਰ ਲਿਆ ਸੀ ਉਹਨਾਂ ਫੜ ਕੇ, ਵੀ ਅਸੀਂ ਤੇ ਚਲੋ ਗ੍ਰਸਤੀ ਨਹੀਂ ਆ ਤੇ ਨਾ ਹੀ ਗ੍ਰਸਤ 'ਚ ਪੈਣਾ ਹੈ, ਪਰ ਬਾਬੇ ਧਰਮਚੰਦ ਕਰਕੇ ਸਾਡੀ ਬੰਸ ਜਿਹੜੀ ਹੈ ਉਹ ਅੱਗੇ ਤੁਰਦੀ ਰਹੇਗੀ। ਇੰਨੀ ਬਰਕਤ ਦੇ ਮਾਲਕ ਹੋਏ ਬਾਬਾ ਲਖਮੀ ਚੰਦ ਜੀ ਸਮੇਤ ਘੋੜੇ ਸਮੇਤ ਆਪਣੀ ਪਤਨੀ ਚਲੇ ਗਏ। ਬਾਅਦ ਦੇ ਵਿੱਚ ਨਹੀਂ ਉਹਨਾਂ ਦੇ ਸਰੀਰ ਦੇ ਦਰਸ਼ਨ ਹੋਏ ਕਿਸੇ ਨੂੰ। ਲੋ ਵੇਖ ਕੇ ਲੋਕ ਬੜੇ ਹੈਰਾਨ ਹੋਏ ਸਨ। ਤਾਂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਪੋਤਰੇ ਹੋਏ ਨੇ ਸ੍ਰੀ ਬਾਬਾ ਧਰਮਚੰਦ ਜੀ। ਉਹਨਾਂ ਤੋਂ ਫਿਰ ਬੇਦੀਆਂ ਦਾ ਖਾਨਦਾਨ ਤੁਰਿਆ ਅੱਗੇ। ਜਿਹੜੇ ਬੇਦੀ ਹਨ ਇਹ ਹੰਸਾਂ ਦੀ ਨਿਆਈ ਉਜਲ ਹਨ। ਤਾਂ ਬਾਬਾ ਸ੍ਰੀ ਚੰਦ ਜੀ ਦੀ ਬਹੁਤ ਵੱਡੀ ਉਮਰ ਹੋਈ ਹੈ।
ਉਦਾਸੀਨ ਮੱਤ ਦੇ ਵਿੱਚ ਕਹਿੰਦੇ ਨੇ ਕਿ 150 ਸਾਲ ਉਮਰ ਹੋਈ ਹੈ। ਭਾਈ ਕਾਨ ਸਿੰਘ ਨਾਭਾ ਨੇ ਥੋੜ੍ਹੀ ਜਿਹੀ ਘਟਾ ਕੇ ਲਿਖ ਦਿੱਤੀ ਹੈ, ਪਰ ਜਿਹੜੀ ਉਦਾਸੀਨ ਸੰਪਰਦਾਇ ਹੈ ਉਹਨਾਂ 150 ਸਾਲ ਉਮਰ ਮੰਨੀ ਹੈ ਬਾਬਾ ਜੀ ਦੀ। ਤਾਂ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਬੜਾ ਚਿਰ ਕਾਲ ਉਹਨਾਂ ਨੇ ਸਰੀਰ ਧਾਰਨ ਕਰਕੇ ਰੱਖਿਆ ਸੀ ਤੇ ਉਹਨਾਂ ਦੀ ਬਿਰਤੀ ਯੋਗ ਰਸ ਵਿੱਚ ਜੁੜੀ ਰਹਿੰਦੀ ਸੀ, ਯੋਗ ਰਸ ਨੂੰ ਮਾਣਦੇ ਸਨ। ਤਾਂ ਸਾਧ ਸੰਗਤ ਜੀ ਉਹਨਾਂ ਦੇ ਮਨ ਦੇ ਵਿੱਚ ਜਨਮ ਤੋਂ ਲੈ ਕੇ ਸਰੀਰ ਛੱਡਣ ਤੱਕ ਵਾਸ਼ਨਾ ਨਹੀਂ ਆਈ ਦੁਨੀਆ ਦੀ। ਤਾਂ ਇੱਕ ਬਾਦਸ਼ਾਹ ਹੋਇਆ ਹੈ ਉਸ ਸਮੇਂ ਜਦੋਂ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਸੀ। ਥੋੜਾ ਚਿਰ ਪਹਿਲਾਂ ਜਿਹੜਾ ਬਾਦਸ਼ਾਹ ਜਹਾਂਗੀਰ, ਜਿਹੜਾ ਤੁਰਕਾਂ ਦਾ ਈਸ਼ਵਰ ਸੀ, ਤਾਂ ਉਹਨੇ ਸੁਣਿਆ ਸੀ ਕਿ ਬਾਬਾ ਜੀ ਦੇ ਵਿੱਚ ਬੜੀ ਤਾਕਤ ਹੈ, ਬੜੀ ਬਰਕਤ ਹੈ। ਕਈ ਵਾਰ ਆਪਣੇ ਸੇਵਕ ਭੇਜੇ ਸੀ, ਨੌਕਰ ਭੇਜੇ ਸੀ, ਬੇਨਤੀ ਕਰਕੇ ਸੱਦਿਆ ਸੀ ਆਪਣੇ ਕੋਲ, ਪਰ ਬਾਬਾ ਜੀ ਗਏ ਨਹੀਂ ਸਨ। ਉਹ ਦੇਖਣਾ ਚਾਹੁੰਦਾ ਸੀ ਕਿ ਸੰਤਾਂ ਵਿੱਚ ਬਾਬਾ ਸ੍ਰੀ ਚੰਦ ਜੀ ਵਿੱਚ ਕਿੰਨੀ ਕੁ ਸ਼ਕਤੀ ਹੈ, ਜਿਹਦੇ ਹਿਰਦੇ ਵਿੱਚ ਕੌਤਕ ਦੇਖਣ ਦੀ ਬੜੀ ਵਿਸ਼ੇਸ਼ ਚਾਹ ਸੀ। ਸਾਧ ਸੰਗਤ ਜੀ ਉਹ ਵੇਖਣਾ ਚਾਹੁੰਦਾ ਸੀ ਮਹਾਂਪੁਰਖਾਂ ਦੀ ਸ਼ਕਤੀ। ਤਾਂ ਇੱਦਾਂ ਸਾਧ ਸੰਗਤ ਜੀ ਦੋ ਸਾਹਿਬਜ਼ਾਦੇ ਹੋਏ ਨੇ, ਬਾਬਾ ਲਖਮੀ ਚੰਦ ਜੀ ਤੇ ਬਾਬਾ ਸ੍ਰੀ ਚੰਦ ਜੀ। ਤਾਂ ਐਸੇ ਮਹਾਂਪੁਰਖ ਹੁੰਦੇ ਨੇ। ਇਹ ਦੋ ਰਾਹ ਸਾਧ ਸੰਗਤ ਜੀ ਗੁਰੂ ਘਰ 'ਚ ਸ਼ੁਰੂ ਤੋਂ ਹੀ ਤੁਰੇ ਆਉਂਦੇ ਹਨ। ਇੱਕ ਰਾਜੇ ਯੋਗੀ ਵਾਲਾ ਤੁਰਿਆ ਆਉਂਦਾ ਹੈ, ਉਹਨਾਂ 'ਤੇ ਵੀ ਪਾਪ ਪੁੰਨ ਦਾ ਅਸਰ ਨਹੀਂ ਪੈਂਦਾ ਹੈ। ਇੱਕ ਫਕੀਰੀ ਵਾਲਾ ਸਾਧੂ ਸੰਤਾਂ ਵਾਲਾ ਤੁਰਿਆ ਆਉਂਦਾ ਹੈ, ਉਹ ਵੀ ਪਾਪ ਪੁੰਨ ਤੋਂ ਸਾਧ ਸੰਗਤ ਜੀ ਪਰੇ ਹੁੰਦੇ ਹਨ। ਕਿਉਂ ਜਿਹਦਾ ਹੰਕਾਰ ਸਰੀਰ ਵਿੱਚੋਂ ਮਿਟ ਗਿਆ ਉਹਨੂੰ ਦੋਸ਼ ਨਹੀਂ ਲੱਗਦਾ, ਭਾਵੇਂ ਸ਼ਿਕਾਰ ਖੇਡੇ, ਉਹ ਤੇ ਸਗੋਂ ਭਲਾ ਹੀ ਕਰਦਾ ਜਾਂਦਾ ਜਿਹੜੇ ਪਾਸੇ ਤੁਰਿਆ ਜਾਂਦਾ ਹੈ। ਤੇ ਜਿਹਦਾ ਹੰਕਾਰ ਸਰੀਰ ਵਿੱਚ ਬਣਿਆ ਅਜੇ ਵੀ ਮੈਂ ਸਰੀਰ ਹਾਂ, ਉਹਨੂੰ ਲੇਖਾ ਵੀ ਦੇਣਾ ਪੈਂਦਾ ਹੈ। ਐਸੇ ਮਹਾਂਪੁਰਖ ਬਾਬਾ ਲਖਮੀ ਚੰਦ ਜੀ ਹੋਏ ਹਨ, ਕੋਈ ਲਖਮੀ ਦਾਸ ਜੀ ਵੀ ਕਹਿ ਦਿੰਦੇ ਹਨ। ਤਾਂ ਸਾਧ ਸੰਗਤ ਜੀ ਵੇਖ ਲਓ, ਇੱਕ ਬਚਨ ਕੀਤਾ, ਇੱਕ ਬਚਨ 'ਤੇ ਹੀ ਪਹਿਰਾ ਦੇ ਦਿੱਤਾ ਸੀ ਉਹਨਾਂ ਨੇ। ਐਸੇ ਮਹਾਂਪੁਰਖ ਸਨ। ਤੇ ਆਪਾਂ ਕਿੰਨੇ ਦੁਖੀ ਹੁੰਦੇ ਹਾਂ, ਜਿਵੇਂ ਰਾਜੇ ਪ੍ਰੀਸ਼ਤ ਨੇ ਸੁਖਦੇਵ ਪਰਮਹੰਸ ਜੀ ਨੂੰ ਪੁੱਛਿਆ ਸੀ ਨਾ ਕਿ ਇਹ ਸੰਤ ਜੀ ਅਸੀਂ ਇੰਨੇ ਦੁਖੀ ਹੁੰਦੇ ਹਾਂ ਪਰ ਫਿਰ ਵੀ ਰੱਬ ਦੀ ਬੰਦਗੀ ਨਹੀਂ ਕਰਦੇ। ਤਾਂ ਦੇਖ ਲਓ ਕਿੱਦਾਂ ਦੀ ਹਾਲਤ ਆ ਸੰਸਾਰ ਦੇ ਵਿੱਚ, ਮੋਹ ਕਿੱਡਾ ਪ੍ਰਬਲ ਆ। ਜੇ ਪਿਓ ਨੇ, ਚਲੋ ਹੁਣ ਇਹੋ ਜਿਹੀਆਂ ਗੱਲਾਂ ਕਰਦੇ ਚੰਗੇ ਤੇ ਨਹੀਂ ਲੱਗਦੇ, ਪਰ ਫਕੀਰੀ ਦਾ ਪ੍ਰਸੰਗ ਆ। ਫਕੀਰੀ ਵਿੱਚ ਤੇ ਫਿਰ ਕੀ ਪਿਓ ਤੇ ਕੀ ਮਾਂ ਤੇ ਕੀ ਬੱਚੇ ਤੇ ਕੀ ਘਰ ਵਾਲੀ। ਤੇ ਜਿੱਥੇ ਰਾਜਯੋਗ ਦੀ ਗੱਲ ਆਵੇ ਸਾਧ ਸੰਗਤ ਜੀ, ਉੱਥੇ ਤੇ ਫਿਰ ਸਗਲ ਧਰਮ ਹੈ, ਗ੍ਰਸਤ ਪ੍ਰਧਾਨ ਹੈ। ਤਾਂ ਇਹ ਮਹਾਂਪੁਰਖਾਂ ਨੇ ਇੱਕ ਫਕੀਰੀ ਦਾ ਪੰਥ ਤੋਰਿਆ। ਸਤਿਗੁਰੂ ਜੀ ਦਾ ਪੰਥ ਜਿਹੜਾ ਇਹ ਗ੍ਰਸਤੀਆਂ ਦਾ ਹੈ, ਜਿਹੜਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਪ੍ਰਚਲਿਤ ਕੀਤਾ ਸੰਸਾਰ 'ਚ, ਜਿਹਨੂੰ ਸਿੱਖ ਧਰਮ ਕਹਿੰਦੇ ਹਨ। ਪਰ ਨਾਲ ਨਾਲ ਫਕੀਰੀ ਵੀ ਰੱਖੀ ਆ, ਦਰਵੇਸ਼ੀ ਵੀ ਰੱਖੀ ਹੈ। ਜੇ ਕਵੇ ਵੀ ਫਕੀਰੀ ਨਹੀਂ ਸਾਨੂੰ ਪ੍ਰਵਾਨ, ਤੇ ਫਿਰ ਬਾਬਾ ਫਰੀਦ ਕੀ ਕਰਦਾ ਉੱਥੇ ਬੈਠਾ। ਜਿਹੜੇ ਕਹਿੰਦੇ ਦਰ ਦਰਵੇਸ਼ੀ ਗਾਖੜੀ, ਕਿ ਦਰਵੇਸ਼ੀ ਕਰਨੀ ਫਕੀਰੀ ਕਰਨੀ ਬੜੀ ਔਖੀ ਹੈ, ਬੜੀ ਕਠਿਨ ਹੈ ਸਾਧ ਸੰਗਤ। ਤਾਂ ਬੇਨਤੀ ਕਰਦਾ ਪਿਆ ਸੀ, ਮੈਂ ਸਮਾਪਤੀ ਕਰਾਂ, ਸਮਾਂ ਕਾਫੀ ਹੋ ਚੁੱਕਾ ਹੈ। ਜਿੰਨਾ ਕੁ ਆਪਾਂ ਲਾਉਨੇ ਉਹਨਾਂ ਕੁ ਪੂਰਾ ਹੋ ਗਿਆ। ਦੁੱਖ ਸੁਣੇ ਨਹੀਂ ਆ, ਵੇਖੇ ਅੱਖਾਂ ਦੇ ਨਾਲ, ਤੇ ਫਿਰ ਅਨੁਭਵ ਵੀ ਕੀਤੇ ਹਨ। ਇੱਕ ਤਾਂ ਹੁੰਦਾ ਨਾ ਸੁਣੀ ਸੁਣਾਈ ਗੱਲ, ਇੱਕ ਆਪ ਮਹਿਸੂਸ ਕੀਤੇ। ਹੁਣ ਤੁਸੀਂ ਘਰ 'ਚ ਰਹਿੰਦੇ ਆ, ਦੁੱਖ ਮਹਿਸੂਸ ਨਹੀਂ ਕੀਤੇ ਕਦੀ? ਕਿੰਨੇ ਦੁਖੀ ਹੁੰਦੇ, ਕਿੰਨੀਆਂ ਚਿੰਤਾਵਾਂ, ਕਿੰਨੇ ਫਿਕਰ। ਇੰਨੀਆਂ ਚਿੰਤਾਵਾਂ ਫਿਕਰ ਤੇ ਸਹਿਤ ਹੋ ਕੇ ਫਿਰ ਕਿਤੇ ਕਿਤੇ ਮਨ 'ਚ ਖਿਆਲ ਆਉਂਦਾ ਹੁਣ ਬੰਦਗੀ ਕਰਾਂਗੇ, ਹੁਣ ਬਾਣੀ ਪੜਾਂਗੇ। ਪਰ ਫਿਰ ਦੂਜੇ ਤੀਜੇ ਦਿਨ ਫਿਰ ਉਹੋ ਹੀ ਚੀਜ਼ਾਂ ਫਿਰ ਚੰਗੀਆਂ ਲੱਗਣ ਲੱਗ ਪੈਂਦੀਆਂ। ਜਿਵੇਂ ਜਿਹੜੀ ਬਿੱਲੀ ਹੁੰਦੀ ਨਾ, ਬਿੱਲੀ, ਉਹਦਾ ਕਿਤੇ ਤੱਤੇ ਦੁੱਧ 'ਚ ਮੂੰਹ ਪੈ ਜੇ ਨਾ,
ਤਾਂ ਉਹ ਫਿਰ ਅਗਲੀ ਵਾਰ ਜਦੋਂ ਦੁੱਧ ਪੀਣ ਲੱਗਦੀ ਪਹਿਲਾਂ ਉਹ ਫੂਕ ਮਾਰ ਲੈਂਦੀ ਹੈ। ਉਹਨੇ ਇੱਕ ਵਾਰੀ ਉਹਦਾ ਤੱਤੇ ਦੁੱਧ 'ਚ ਮੂੰਹ ਪੈ ਗਿਆ ਨਾ, ਸੜ ਗਿਆ, ਅਗਲੀ ਵਾਰ ਉਹ ਫੂਕ ਮਾਰਦੀ ਪੱਕਾ। ਇਹ ਆਪਾਂ ਰੋਜ਼ ਦਿਹਾੜੀ 24 ਘੰਟੇ ਹੀ ਦੁੱਖਾਂ ਵਿੱਚ ਸੜਦੇ ਰਹਿੰਦੇ ਆ, ਫਿਰ ਵੀ ਪਰਮੇਸ਼ਰ ਦੀ ਬੰਦਗੀ ਨਹੀਂ ਕਰਦੇ। ਇਹ ਮੋਹ ਕਿੱਡਾ ਪ੍ਰਬਲ ਆ ਸਾਧ ਸੰਗਤ ਜੀ, ਕੁੱਤੇ ਵਰਗੀ ਹਾਲਤ ਬਣਾ ਦਿੰਦਾ ਬੰਦਿਆਂ ਦੀ। ਇਹ ਫਕੀਰੀ ਦਾ ਪ੍ਰਸੰਗ, ਇਸ ਕਰਕੇ ਇਹੋ ਜਿਹੀਆਂ ਗੱਲਾਂ ਕਰਦਾ, ਫਕੀਰੀ ਨਾਲ ਇਹ ਰਿਲੇਟਡ ਨੇ। ਹਰੇਕ ਸਾਧ ਸੰਗਤ ਜੀ ਹੁਣ ਕੁੱਤੇ ਵਾਲੀ ਹਾਲਤ ਹੋ ਗਈ। ਦੇਖੋ ਇੱਕ ਕੁੱਤੇ ਦਾ ਦ੍ਰਿਸ਼ਟਾਂਤ ਆ। ਕੁੱਤਾ ਰਸੋਈ 'ਚ ਵੜ ਗਿਆ, ਉਹਨੂੰ ਪਤਾ ਲੱਗ ਗਿਆ, ਉਹਨੇ ਡੰਡਾ ਫੜ ਕੇ ਵੱਟ ਕੇ ਮਾਰਿਆ ਤੇ ਚੌਂ ਚੌਂ ਕਰਦਾ ਭੱਜ ਗਿਆ। ਫਿਰ ਉਹ ਜਾ ਕੇ ਦੂਰ ਬੜਾ ਗੁੱਸਾ, ਤੇ ਉਹ ਕੁੱਤਾ ਕੀ ਕਹਿੰਦਾ ਮਨ ਦੇ ਵਿੱਚ, ਮੈਂ ਭੁੱਖਾ ਸੀ ਬੜੇ ਦਿਨਾਂ ਦਾ, ਉਹ ਤਾਂ ਤੇਰੀ ਰਸੋਈ 'ਚ ਵੜ ਗਿਆ, ਨਹੀਂ ਤੇ ਮੈਂ ਤੇਰੇ ਤੋਂ ਕੀ ਲੈਣਾ ਵਾ। ਇੰਨੇ ਚਿਰ ਨੂੰ ਉਹਦੇ ਮਨ 'ਚ ਵੀ ਤਰਸ ਆ ਗਿਆ ਵੀ ਦੱਸ ਕੀ ਇਹ ਕੁੱਕਰ ਚੁੱਕ ਕੇ ਲੈ ਚੱਲਿਆ ਵਾ ਜਾਂ ਫਰਿੱਜ ਚੁੱਕ ਲੈਣ ਲੱਗਾ, ਰੋਟੀ ਇੱਕ ਲੈਣੀ ਇਹਨੇ। ਉਹਨੇ ਰੋਟੀ ਵਿਖਾਈ ਤੇ ਭੁੱਲ ਗਿਆ ਸਭ ਕੁਝ, ਤੇ ਪੂਛ ਹਿਲਾਉਂਦਾ ਉਹਦੇ ਕੋਲੇ ਆ ਗਿਆ। ਇਹ ਇੱਕ ਦ੍ਰਿਸ਼ਟਾਂਤ ਆ। ਇੱਦਾਂ ਸੰਸਾਰ ਬਹੁਤ ਦੁੱਖ ਦਿੰਦਾ ਹੈ। ਜੇ ਪਿਓ ਤੋਂ ਆ ਫਕੀਰੀ ਕਰਕੇ ਥੋੜ੍ਹਾ ਜਿਹਾ ਮੈਂ ਗ੍ਰਿਸਤ ਤੇ ਤਵਾ ਲਾਉਣ ਡਿਆ, ਜੇ ਪਿਓ ਦੇ ਆਖੇ ਨਾ ਲੱਗੇ ਤਾਂ ਉਹਨੇ 20-15 ਗਾਲਾਂ ਕੱਢੀਆਂ, ਤੇ ਪਿਓ ਐਡਾ ਜ਼ਹਿਰ ਲੱਗਾ, ਪਰ ਅਗਲੇ ਦਿਨ ਫੇਰ ਮਿੱਠਾ ਲੱਗਦਾ। ਇੰਨਾ ਮੋਹ ਪ੍ਰਬਲ ਆ। ਘਰ ਵਾਲੀ ਨਾਲ ਕੋਈ ਹੋ ਗਿਆ ਕੰਮ, ਕਹਿੰਦਾ ਅੱਜ ਤੋਂ ਬਾਅਦ ਨਹੀਂ ਕਮਾਉਣੀ, ਤੇ ਕੱਲ ਨੂੰ ਫੇਰ ਉਹਦੇ ਪਿੱਛੇ ਹੀ ਵੇਂਦਾ ਵੀ ਰੋਟੀ ਦਿੰਦੀ ਕਿ ਨਹੀਂ ਦਿੰਦੀ ਹੈ। ਹੁਣ ਡਿਪੈਂਡੈਂਟ 'ਚ ਹੋ ਗਿਆ ਹੈ, ਤੇ ਘਰ ਵਾਲੀ ਉਹਦੇ ਤੇ ਡਿਪੈਂਡੈਂਟ ਹੋ ਗਈ ਆ। ਜਿੰਨਾ ਮਰਜ਼ੀ ਲੜਨ ਫੇਰ ਇਕੱਠੇ ਦੇ ਇਕੱਠੇ। ਤਾਂ ਇੱਦਾਂ ਜਿਵੇਂ ਕਹਿੰਦੇ ਇੱਕ ਬੰਦੇ ਦੀਆਂ 10 ਇਸਤਰੀਆਂ ਹੋਣ, ਕੋਈ ਉੱਧਰੋਂ ਬਾਂਹ ਖਿੱਚੇ ਵੀ ਮੇਰੇ ਕਮਰੇ ਚੱਲ, ਮੇਰੇ ਕਮਰੇ ਚੱਲ, ਉਹਦਾ ਕੀ ਬਣੂਗਾ। ਇੱਦਾਂ ਆਤਮਾ ਦੀਆਂ 10 ਇਸਤਰੀਆਂ ਨਹੀਂ ਆ, ਆਤਮਾ ਦੀਆਂ ਹਜ਼ਾਰਾਂ ਹੀ ਆਪਣੇ ਬਿਰਤੀਆਂ ਵਾ, ਖਿਆਲ ਆ। ਕਦੀ ਆਹ ਖਿਆਲ ਆ ਜਾਂਦਾ ਪੈਸੇ ਜੋੜਨੇ ਆ, ਕਦੀ ਖਿਆਲ ਆ ਜਾਂਦਾ ਵਾ ਉਹ ਕੰਮ ਕਰਨਾ ਵਾ, ਕਦੀ ਖਿਆਲ ਆ ਜਾਂਦਾ ਕੋਠੀ ਪਾਉਣੀ ਆ। 24 ਘੰਟੇ ਆਤਮਾ ਨੂੰ ਤੇ ਉਹ ਰਗੜਾ ਚੜ੍ਹਦਾ ਵਾ ਨਾ, ਬਿਰਤੀਆਂ ਕਰਕੇ, ਖਿਆਲਾਂ ਕਰਕੇ। ਤੇ ਫੇਰ ਕਹਿੰਦਾ ਨਾ ਦੁਖੀ ਹੋ ਕੇ, ਫਿਰ ਪਤਾ ਕੀ ਕਹਿੰਦਾ, ਬੰਦਗੀ ਕਰਾਂਗੇ ਪਰ 2 ਦਿਨਾਂ ਬਾਅਦ ਫੇਰ ਚੇਤਾ ਭੁੱਲ ਜਾਂਦਾ ਹੈ। ਮੈਨੇ ਵਿਰਾਗ ਪੱਕਾ ਨਹੀਂ ਆ। ਜਿਨ੍ਹਾਂ ਦੇ ਅੰਦਰ ਵਿਰਾਗ ਪੱਕਾ ਹੋ ਜਾਂਦਾ ਨਾ, ਉਹ ਫਿਰ ਇੱਕ ਵਜਨ ਤੇ ਟਿਕ ਜਾਂਦੇ ਆ, ਇੱਕ ਪਾਸਾ ਕਰ ਦਿੰਦੇ ਫਿਰ ਫੜ ਕੇ। ਆਪਣੇ ਤੋਂ ਇੱਕ ਪਾਸਾ ਨਹੀਂ ਹੁੰਦਾ। ਆਪਾਂ ਰੋਜ਼ ਸੋਚਦੇ ਹਾਂ ਅੱਜ ਤੋਂ ਬਾਅਦ ਬਾਣੀ ਪੜ੍ਹਨੀ, ਪਰ ਆਪਾਂ 2 ਦਿਨ ਤੋਂ ਵੱਧ ਨਹੀਂ ਪੜ੍ਹਦੇ ਹੈ। ਇੱਕ ਪਾਸਾ ਨਹੀਂ ਅਸੀਂ ਕਰ ਪਾਉਂਦੇ। ਇਸੇ ਕਰਕੇ ਸਾਨੂੰ ਸਤ ਸੰਗਤ ਕਰਨੀ ਪੈਂਦੀ ਔਰ ਸੇਵਾ ਕਰਨੀ ਪੈਂਦੀ ਹੈ ਕਿ ਮਹਾਰਾਜ ਹਿਰਦੇ ਨੂੰ ਪਵਿੱਤਰ ਕਰੇ। ਤੇ ਗੁਰੂ ਮਹਾਰਾਜ ਇੱਕ ਅੱਧਾ ਇਹੋ ਜਿਹਾ ਬਚਨ ਮਾਰਨੋਂ ਮੇਰੇ ਕੰਨਾਂ 'ਚ ਪਵੇ ਤੇ ਮੈਂ ਸਾਰੀ ਉਮਰ ਉਹਦੇ ਤੇ ਨਿਭਾ ਦੇਵਾਂ। ਹੁਣ ਦੇਖੋ ਕਿੰਨੇ ਫਾਹ ਪਏ ਨੇ ਗੱਲ ਦੇ ਵਿੱਚ। ਪਿਓ ਕਹਿੰਦਾ ਮੇਰੇ ਆਖੇ ਲੱਗ, ਮਾਂ ਕਹਿੰਦੀ ਆ ਤੈਨੂੰ ਜੰਮਿਆ ਵਾ, ਪਾਲਿਆ ਵਾ, ਤੂੰ ਸਾਡੇ ਆਖੇ ਨਹੀਂ ਲੱਗਦਾ, ਘਰ ਵਾਲੀ ਦੇ ਪਿੱਛੇ ਹੀ ਤੁਰਿਆ ਰਹਿਣਾ ਹੈ। ਘਰ ਵਾਲੀ ਕਹਿੰਦੀ ਤੂੰ ਮੈਨੂੰ ਵਿਆਹ ਕੇ ਲਿਆਇਆ ਵਾ। ਤਾਂ ਸਾਰਾ ਸੰਸਾਰ ਬੱਚੇ ਕਹਿੰਦੇ ਆ ਵੀ ਤੂੰ ਸਾਨੂੰ ਦਿੰਦਾ ਹੀ ਨਹੀਂ ਲਿਆ ਕੇ ਕੁਝ। ਤਾਂ ਬੰਦੇ ਨੂੰ ਐਸਾ ਮੋਹ ਨੇ ਜਕੜਿਆ ਹੋਇਆ, ਐਸੇ ਮੋਹ ਦੇ ਵਿੱਚ ਫਸ ਕੇ ਵੀ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ, ਭਜਨ ਨਹੀਂ ਕਰਦਾ ਹੈ। ਉਹ ਕਿਉਂ ਨਹੀਂ ਕਰਦਾ? ਇੱਛਾ ਹੁੰਦੀ ਆ। ਤੁਸੀਂ ਵੀ ਗੁੱਸੇ ਹੁੰਦੇ ਹੋਗੇ, ਇੱਛਾ ਹੁੰਦੀ ਹੋਊਗੀ ਅੱਜ ਤੋਂ ਬਾਅਦ ਆਪਾਂ ਬੰਦਗੀ ਕਰਾਂਗੇ, ਅੱਜ ਤੋਂ ਬਾਅਦ ਅਸੀਂ ਸ਼ਰਾਬ ਨਹੀਂ ਪੀਵਾਂਗੇ, ਅੱਜ ਤੋਂ ਬਾਅਦ ਅਸੀਂ ਮਾੜੇ ਕੰਮ ਜੂਆ ਨਹੀਂ ਖੇਡਾਂਗੇ, ਕੇਸ ਨਹੀਂ ਕਟਾਵਾਂਗੇ। ਪਰ 2 ਦਿਨਾਂ ਨੂੰ ਪਰਨਾਲਾ ਉੱਥੇ ਦਾ ਉੱਥੇ ਹੁੰਦਾ। ਤਾਂ ਉਹ ਕੀ ਆ? ਮੋਹ ਦੀ ਪ੍ਰਬਲਤਾ ਹੈ। ਤਾਂ ਮੋਹ ਤਾਂ ਏਡਾ ਪ੍ਰਬਲ ਆ ਸਾਧ ਸੰਗਤ ਜੀ। ਧੰਨ ਬਾਬਾ ਲਖਮੀ ਚੰਦ ਜੀ, ਜਿਨ੍ਹਾਂ ਇੱਕ ਬਚਨ ਤੇ ਹੀ ਸਰੀਰ ਤਿਆਗ ਦਿੱਤਾ ਦੋਵਾਂ ਜੀਆਂ ਨੇ। ਇੱਕ ਵਚਨ ਵੱਜਾ ਤੇ ਸਰੀਰ ਛੱਡ ਗਏ। ਮੋਹ ਤੇ ਏਡਾ ਪ੍ਰਬਲ ਆ, ਜੇ ਜਿਵੇਂ ਆ ਮੱਝਾਂ ਹੁੰਦੀਆਂ ਨਾ, ਤੇ ਕੱਟੀ ਮਰ ਜੇ, ਕੱਟਾ ਮਰ ਜੇ, ਤੇ ਉਹਦੇ ਖੱਲ ਵਿੱਚ ਤੂੜੀ ਭਰ ਕੇ ਲਾਗੇ ਖੜਾ ਕਰ ਦਈਏ ਤੇ ਉਹਨੂੰ ਚੱਟਣ ਲੱਗ ਪੈਂਦੀਆਂ। ਜਾਨ ਨਹੀਂ ਹੈਗੀ, ਖੱਲ ਤੇ ਉਹੋ ਹੀ ਆ ਨਾ। ਮਤਲਬ ਮੋਹ ਤੇ ਮੋਹ ਹੀ ਹੈ। ਪਰ ਇੱਕ ਵਚਨ ਤੇ ਇੱਕ ਵਚਨ ਹਿਰਦੇ 'ਚ ਵਸ ਜਾਣਾ, ਉਹਦੇ ਵਾਸਤੇ ਫਿਰ ਸੇਵਾ ਸਿਮਰਨ ਦੀ ਬੜੀ ਜ਼ਰੂਰਤ ਹੈ। ਜੇ ਮਹਾਰਾਜ ਕਿਰਪਾ ਕਰਕੇ ਕਰਾ ਲੈਣ ਕਿਸੇ ਤੋਂ। ਇਹ ਸਤਿਗੁਰੂ ਜੀ ਨੇ ਬਾਣੀ 'ਚ ਲਿਖਿਆ ਨਾ, ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ,
ਬਹੁੜ ਜਨਮ ਨਾ ਆਵ। फिर कबीर साहब ने भी आख्या ना, कबीर साहब की कहते हैं, बाह्या बान जो एक लागत ही भोए गिर परा, परा कलेजे शेख। गुरु रूपी सूरमे ने एक ही तीर मारिया मेरे बस, वो विन के लै गया। अणियाले अणिया राम राजे, जिस लागी पीर परम की सो जाने जरिया। जीवन मुक्त वो जीवन मुक्त हो सकते जिन्हां दे अंदर एक वचन टिक जाता है, ते अपने अंदर तो फिर वो टिकदा नहीं है जे। तो जिन्हां अंदर साध संग जी टिक जाता है वो ऐसे वडभागे धन बाबा लखमी चंद जी हैं, धन बाबा श्री चंद साहिब जी सन। फिर जिवें हुण जहांगीर ने इन्हां दी परख कीती ते जहांगीर नूं इन्हां फिर तारे विखाए, वो आपां हुण कल नूं विचार करांगे। होईयां भुल्लां चुकां दी खिमा। सारियां संगतां दा बहुत बहुत धन्नवाद। सत्कारयोग महापुरख संत बाबा हरनाम सिंह जी